ਸਾਹਿਬ ਜੀ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਹ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨੀਐ ਸੁਖ ਹੋਏ। ਜੋ ਤੂੰ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਕੀਚੈ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੇ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੇ ਖੇਤ। ਪਰਮ ਸਨਮਾਨਯੋਗ ਜੁਗੋਂ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਵਡਭਾਗੇ ਹਾਂ ਜੋ ਉਦਮ ਉਪਰਾਲੇ ਕਰਕੇ ਆਪਾਂ ਸਾਰੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਸੱਜੇ ਹਾਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਜੋ ਇਹ ਸਾਨੂੰ ਹਿੰਮਤ ਹੈ, ਉਦਮ ਹੈ, ਆਪਣੇ ਗੁਰੂ ਦੇ ਪਰਬ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਸਾਹਿਬਜ਼ਾਦਿਆਂ ਦੇ ਜੋ ਸ਼ਹਾਦਤ ਦੇ ਦਿਹਾੜੇ ਹਨ, ਉਹਨਾਂ ਨੂੰ ਨਤਮਸਤਕ ਹੋ ਕੇ ਆਪਾਂ ਸਾਰੇ ਹੀ ਰਲ ਮਿਲ ਕੇ ਦੀਵਾਨ ਵਿੱਚ ਸੱਜੇ ਹਾਂ। ਸੋ ਆਓ ਕੁਝ ਕੁ ਸਮਾਂ ਆਪਾਂ ਹੋਰ ਸੱਜਣਾ, ਜਿੱਥੇ ਆਪਾਂ ਸਰੀਰ ਕਰਕੇ ਸਤਿਗੁਰੂ ਜੀ ਦੇ ਹਜ਼ੂਰ ਬੈਠੇ ਹਾਂ, ਯਤਨ ਕਰੀਏ ਕਿ ਸੁਰਤ ਵੀ ਸਾਡੀ ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰ ਹੋ ਜਾਏ, ਤਾਂ ਕਿ ਸਾਡੀ ਇਹ ਮਿਹਨਤ ਕੀਤੀ, ਮਸ਼ੱਕਤ ਕੀਤੀ, ਸਾਡਾ ਇੱਥੇ ਆਇਆ ਸਫਲ ਹੋ ਜਾਏ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜੋ ਇਤਿਹਾਸਿਕ ਵਿਚਾਰਾਂ ਦੀ ਸਾਂਝ ਆਪਾਂ ਪਾਣੀ ਹੈ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ, ਫਿਰ ਵਿਚਾਰਾਂ ਦੀ ਆਰੰਭਤਾ ਕਰਦੇ ਹਾਂ। ਸੋ ਦਿਓ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਜੋ ਕੁਝ ਦਿਨਾਂ ਬਾਅਦ ਯਾਨੀ ਕਿ 5 ਜਨਵਰੀ 23 ਪੋਹ ਨੂੰ ਆ ਰਿਹਾ ਹੈ, ਆਪਾਂ ਸਾਰੇ ਹੀ ਸਮੁੱਚਾ ਮਾਈ ਭਾਈ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਇਸ ਦਿਹਾੜੇ ਨੂੰ ਸਮਰਪਿਤ ਹੋ ਕੇ ਆਪਣੇ ਗੁਰੂ ਨੂੰ ਯਾਦ ਕਰ ਰਹੇ ਹੈ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੀਵਨ 'ਤੇ ਆਪਾਂ ਝਾਂਤ ਪਾ ਰਹੇ ਹਾਂ, ਉੱਥੇ ਨਾਲ ਦੀ ਨਾਲ ਹੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਗੁਰੂ ਕੇ ਸਿੱਖ ਅਤੇ ਗੁਰੂ ਦੇ ਜੀਵਨ ਦੇ ਵਿੱਚੋਂ ਜੋ ਸਾਨੂੰ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਉੱਤੇ ਗੁਰਬਾਣੀ ਹੰਢਾ ਕੇ ਜਿਹੜੀ ਪ੍ਰੇਮ ਦੀ ਖੇਡ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ, ਜਿਹੜੀਆਂ ਗੱਲਾਂ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਸਾਡੇ ਨਾਲ ਸਾਂਝ ਪਾਉਂਦੇ ਨੇ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਜਿਹੜੀ ਪ੍ਰੇਮ ਦੀ ਖੇਡ ਗੁਰੂ ਨਾਨਕ ਬਾਬਾ ਸਿਖਾ ਕੇ ਗਏ ਸਨ, ਜਿਹੜੀ ਖੇਡ ਸਤਿਗੁਰੂ ਜੀ ਨੇ ਖੇਡੀ, ਉਸ ਖੇਡ ਦੇ ਵਿੱਚ ਇੱਕ ਐਸਾ ਵੀ ਅਧਿਆਇ ਸਾਡੇ ਸਾਹਮਣੇ ਆਉਂਦਾ ਜਿਸ ਅਧਿਆਇ ਨੂੰ ਅਸੀਂ ਸਫਰੇ ਸ਼ਹਾਦਤ ਕਹਿੰਦੇ ਹਾਂ। ਸ਼ਹਾਦਤ ਦਾ ਸਫ਼ਰ, ਔਰ ਉਸ ਸਫਰੇ ਸ਼ਹਾਦਤ ਦੇ ਵਿੱਚ ਕੇਵਲ ਤੇ ਕੇਵਲ 8 ਦਿਨ ਦੇ ਵਿੱਚ ਸਰਵਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਸਭ ਕੁਝ ਸਾਡੇ ਤੋਂ ਵਾਰਨਾ ਕਰ ਦਿੱਤਾ।
ਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਾਤਾਵਾਂ ਪੁੱਛਿਆ, ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਸਿੱਖ ਨਜ਼ਰ ਨਹੀਂ ਆਉਂਦੀ, ਮਾਤਾ ਨਜ਼ਰ ਨਹੀਂ ਆਉਂਦੀ, ਤੇ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਡੇ ਵੱਲ ਇਸ਼ਾਰਾ ਕਰਕੇ ਇੱਕ ਗੱਲ ਆਖੀ ਸੀ, ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਅਸੀਂ ਉਹਨਾਂ ਹਜ਼ਾਰਾਂ ਦੇ ਵਿੱਚੋਂ ਹਾਂ ਜਿਹੜੇ ਜੀਵਤ ਹਾਂ, ਜਿਨ੍ਹਾਂ ਵਾਸਤੇ ਸਤਿਗੁਰੂ ਜੀ ਨੇ ਆਪਣਾ ਸਰਬੰਸ ਵਾਰਿਆ ਹੈ, ਜਿਨ੍ਹਾਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਵਿੱਚ ਸੁੱਖ ਆਰਾਮ ਦਾ ਇੱਕ ਵੀ ਦਿਨ ਨਹੀਂ ਦੇਖਿਆ। ਤੁਸੀਂ ਕਦੇ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖਿਓ, ਕਿਉਂਕਿ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਬਾਬੇ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਨਾ, ਉਸ ਵਿਚਾਰਧਾਰਾ, ਉਸ ਕਨਸੈਪਟ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰੇ ਆਪਣੇ ਜੀਵਨ ਦੇ ਵਿੱਚ ਸਾਡੇ ਨਾਲ ਸਾਂਝਾ ਕਰਕੇ ਰੱਖਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਵੇਲੇ ਸਤਿਗੁਰੂ ਜੀ ਦੇ ਜੀਵਨ ਨੂੰ ਝਾਂਤ ਮਾਰਦੇ ਹਾਂ, ਤੇ ਗੁਰੂ ਨਾਨਕ ਦਾ ਜਿਹੜਾ ਕਨਸੈਪਟ ਇਸ ਸੰਸਾਰ ਦੇ ਵਿੱਚ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ, ਜੋ ਸੂਰਮੇ ਦੀ ਪਰਿਭਾਸ਼ਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਜੋ ਸਮਰਪਿਤ ਭਾਵਨਾ ਸਤਿਗੁਰੂ ਜੀ ਨੇ ਸਿੱਖ ਦੇ ਅੱਗੇ ਰੱਖੀ ਸੀ, ਉਹ ਸਮੁੱਚੀ ਭਾਵਨਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਾਨੂੰ ਨਜ਼ਰ ਆਉਂਦੀ ਹੈ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਗੱਲ ਬਾਰ-ਬਾਰ ਪ੍ਰਚਾਰੀ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇੱਕ ਗੱਲ ਬਾਰ-ਬਾਰ ਨਿਕਲ ਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਇਹ ਜਿਹੜਾ ਸੰਸਾਰ ਹੈ ਇਹ ਸਥਿਰ ਨਹੀਂ ਹੈ। ਜਿਹੜਾ ਵੀ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਉਸਨੇ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ। ਤੇ ਜਿਹੜੇ ਸੂਰਬੀਰ ਯੋਧੇ ਆਪਣੇ ਜੀਵਨ ਦੇ ਵਿੱਚ ਜਿਹੜੇ ਆਪਣੇ ਜੀਵਨ ਨੂੰ ਸੋਧ ਕੇ ਤੇ ਸਤਿਗੁਰਾਂ ਦੇ ਲੜ ਲਾਉਂਦੇ ਨੇ, ਗੁਰੂ ਦੇ ਬਾਣੀ ਦੇ ਲੜ ਲਾਉਂਦੇ ਨੇ। ਕਿਸੇ ਅਦੀਬ ਦੇ ਬੜੇ ਖੂਬਸੂਰਤ ਬੋਲ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ ਇਤਿਹਾਸ ਦੇ ਪੰਨਿਆਂ ਵਿੱਚ। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਮਨੁੱਖ ਨੂੰ ਇੱਕ ਗੱਲ ਸਿਖਾਉਂਦੀ ਹੈ, ਜੇ ਜਾਂ ਤੋਂ ਆਣੀ ਜਾਣੀ ਹੈ, ਇਸ ਜਾਂਕੀ ਤੋਂ ਕੋਈ ਬਾਤ ਨਹੀਂ। ਕਿਉਂਕਿ ਜਿਹੜੇ ਸੂਰਮੇ ਹੁੰਦੇ ਨਾ, ਜਿਹੜੇ ਸ਼ਹਾਦਤ ਦੇਣ ਜਾਂਦੇ ਨੇ, ਮੈਂ ਭਾਈ ਗੁਰਦਾਸ ਜੀ ਦਾ ਇੱਕ ਪੰਕਤੀ ਆਪ ਨਾਲ ਸਾਂਝੀ ਕਰਦਾ ਜਾਵਾਂ, ਕਿਉਂਕਿ ਆਪਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਹਾਂ, ਸਾਕੇ ਚਮਕੌਰ ਨੂੰ ਆਪਾਂ ਸਮਰਪਿਤ ਹਾਂ ਅੱਜ। ਔਰ ਵਿਸ਼ੇਸ਼ ਤੌਰ ਦੇ ਉੱਤੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ 'ਤੇ ਆਪਾਂ ਵਿਚਾਰਾਂ ਕਰ ਰਹੇ ਹਾਂ, ਉੱਥੇ ਨਾਲ ਦੀ ਨਾਲ ਜਿਹੜਾ ਅੱਜ ਦਾ ਦਿਹਾੜਾ ਹੈ ਉਹ ਸਾਕੇ ਚਮਕੌਰ ਨੂੰ ਸਮਰਪਿਤ ਹੈ। ਔਰ ਉਹ ਚਮਕੌਰ ਦੀ ਧਰਤੀ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੱਖਾਂ ਦੇ ਸਾਹਮਣੇ ਸਾਹਿਬਜ਼ਾਦੇ ਔਰ ਨਾਲ ਸਿੱਖ, ਕਿਤਨੇ ਹੀ ਸਿੱਖ ਨਾਲ ਸ਼ਹਾਦਤਾਂ ਦੇ ਜਾਮ ਪੀ ਗਏ। ਪਰ ਗੁਰੂ ਪਾਤਸ਼ਾਹ ਜੀ ਨੇ, ਜਿਸ ਤਰ੍ਹਾਂ ਹੁਣੇ ਵੀਰ ਜੀ ਦੱਸ ਰਹੇ ਸਨ, ਕਿ ਉਹਨਾਂ ਵੱਲ ਵੇਖਿਆ ਨਹੀਂ, ਉਹਨਾਂ ਦੀਆਂ ਲਾਸ਼ਾਂ ਉੱਥੇ ਰਹਿਣ ਦਿੱਤੀਆਂ ਤੇ ਪੰਥ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਨਿਕਲ ਪਏ। ਆਪਾਂ ਉਸ ਦਿਹਾੜੇ ਨੂੰ ਸਾਰੇ ਹੀ ਸਮਰਪਿਤ ਹਾਂ ਅੱਜ। ਭਾਈ ਗੁਰਦਾਸ ਜੀ ਨੇ ਸ਼ਹਾਦਤ ਦੀ ਗੱਲ ਜੋ ਸਾਡੇ ਨਾਲ ਸਾਂਝੀ ਕੀਤੀ ਨਾ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀਆਂ 12 ਨੂੰ ਜਦੋਂ, ਤੇ ਉਹਨਾਂ 12 ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਵਰ ਸਿਦਕ ਸ਼ਹੀਦ ਭਰਮ ਪਉ ਖੌਬ ਨਾ। ਸਬਰ ਤੇ ਸਿਦਕ ਸ਼ਹੀਦ ਦੇ ਜੀਵਨ ਦੇ ਦੋ ਗੁਣ ਦੱਸਦੇ ਨੇ ਭਾਈ ਗੁਰਦਾਸ ਜੀ। ਐਵੇਂ ਨਹੀਂ 40 ਸਿੰਘ ਹੋਣ ਇੱਕ ਗੜੀ ਦੇ ਵਿੱਚ ਜਿੱਥੇ ਕੋਈ ਬੰਦੋਬਸਤ ਨਾ ਹੋਵੇ ਰਹਿਣ ਦਾ, ਖਾਣ ਪੀਣ ਦਾ, ਤੇ ਠੰਡ ਉਤੋਂ ਬਾਰਿਸ਼ ਲੱਗੀ ਹੋਵੇ, ਤੇ ਕਈ ਮਹੀਨਿਆਂ ਦੇ ਸਿੰਘ ਭੁੱਖੇ ਭਾਣੇ ਹੋਣ, ਤੇ 10 ਲੱਖ ਦਾ ਮੁਲਖਈਆ ਦੇਖ ਕੇ ਵੀ ਮਨੋਬਲ ਗਿਰਨਾ ਨਹੀਂ, ਡਿੱਗਣਾ ਨਹੀਂ। ਕਹਿੰਦੇ ਨੇ ਹਾਰਦੇ ਨੇ ਉਹ ਜਿਹੜੇ ਮੰਨ ਲੈਂਦੇ ਹਾਰ ਨੂੰ, ਜਿਹੜੇ ਹਾਰ ਨੂੰ ਸਵੀਕਾਰ ਕਰ ਲੈਂਦੇ ਨੇ ਉਹ ਹਾਰ ਜਾਂਦੇ ਨੇ, ਤੇ ਜਿਹੜੇ ਹਾਰ ਦੇ ਨਾਲ ਜੂਝਦੇ ਨੇ, ਜਿਹੜੇ ਹਾਲਾਤ ਦੇ ਨਾਲ ਟੱਕਰਾਂ ਲੈਂਦੇ ਨੇ, ਜੂਝਦੇ ਨੇ, ਉਹ ਆਪਣੇ ਜੀਵਨ ਦੇ ਮਕਸਦ ਨੂੰ ਜਿੱਤ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਬੜੇ ਖੂਬਸੂਰਤ ਬੋਲ ਸਾਂਝੇ ਕੀਤੇ, ਕਹਿਣ ਲੱਗੇ, ਸਾਵਰ ਸਿਦਕ ਸ਼ਹੀਦ ਭਰਮ ਪਉ ਖੌਬ ਨਾ। ਸ਼ਹੀਦ ਦੇ ਜੀਵਨ ਦੇ ਬੜੇ ਕੀਮਤੀ ਗੁਣ ਭਾਈ ਗੁਰਦਾਸ ਜੀ ਦੱਸਦੇ ਨੇ। ਕਹਿੰਦੇ ਸਬਰ ਉਸਦੇ ਜੀਵਨ ਦੇ ਵਿੱਚ ਹੁੰਦਾ ਹੈ। ਹੁਣ ਸਬਰ ਤੋਂ ਭਾਵ ਕਿ ਜਿਹੜਾ ਸ਼ਹੀਦੀ ਮਾਰਗ 'ਤੇ ਚੱਲਣ ਵਾਲਾ ਯੋਧਾ ਹੈ, ਜਿਹੜਾ ਸ਼ਹੀਦੀ ਮਾਰਗ ਨੂੰ ਅਡਾਪਟ ਕਰ ਰਿਹਾ ਹੈ, ਉਸ ਨੂੰ ਸਬਰ ਹੋਏਗਾ। ਸਬਰ ਵਾਲਾ ਬੰਦਾ ਹੀ ਸ਼ਹਾਦਤ ਦੇ ਸਕਦਾ ਹੈ। ਸਬਰ ਵਾਲਾ ਬੰਦਾ ਹੀ ਕਿਸੇ ਮਕਸਦ ਦੇ ਲਈ ਬੈਠ ਸਕਦਾ ਹੈ। ਸਿਦਕ ਵਾਲਾ ਬੰਦਾ ਹੀ ਆਪਣੇ ਜੀਵਨ ਦੇ ਵਿੱਚ ਕੁਝ ਪ੍ਰਾਪਤੀ ਕਰ ਸਕਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਵਰ ਸਿਦਕ ਸ਼ਹੀਦ ਭਰਮ ਪਉ ਖੌਬ ਨਾ। ਦੋ ਚੀਜ਼ਾਂ, ਦੋ ਗੁਣ ਸ਼ਹੀਦ ਦੇ ਜੀਵਨ ਦੇ ਬੜੇ ਉੱਤਮ ਹੁੰਦੇ ਨੇ, ਸਬਰ ਤੇ ਸਿਦਕ। ਯਾਦ ਰੱਖਿਓ, ਜੇ ਸਬਰ ਨਹੀਂ ਹੈ
ਜੇ ਸਿਦਕ ਨਹੀਂ ਹੈ ਜੀਵਨ ਦੇ ਵਿੱਚ ਤੇ ਸ਼ਾਇਦ ਸ਼ਹਾਦਤ ਦਾ ਮਾਰਗ ਵੀ ਨਹੀਂ ਪਾਇਆ ਜਾ ਸਕਦਾ। ਭਾਵ ਕਿ ਚੰਗੇ ਮਕਸਦ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਸ਼ਹਾਦਤ ਤੋਂ ਭਾਵ ਹੁੰਦਾ ਕਿ ਚੰਗੇ ਮਕਸਦ ਦੇ ਲਈ, ਕਿਸੇ ਚੰਗੀ ਪ੍ਰਥਾ ਦੇ ਲਈ, ਕਿਸੇ ਚੰਗੇ ਸਿਸਟਮ ਦੇ ਲਈ ਗਵਾਹੀ ਭਰਨੀ, ਉਹਦੇ ਵਿੱਚ ਸ਼ਾਦੀ ਦੇਣੀ, ਉਹਦੇ ਵਿੱਚ ਖੜੇ ਹੋ ਜਾਣਾ, ਇਹ ਸ਼ਹਾਦਤ ਦੇ ਅਰਥ ਹਨ। ਤੇ ਫਿਰ ਕਹਿੰਦੇ ਨੇ ਭਰਮ ਪਾਓ, ਜੀਵਨ ਦੇ ਵਿੱਚ ਭਰਮ ਤੇ ਭੁਲੇਖਾ, ਇਹ ਦੋ ਚੀਜ਼ਾਂ ਸ਼ਹੀਦ ਦੇ ਜੀਵਨ ਵਿੱਚ ਨਹੀਂ ਜੋ ਹੁੰਦੀਆਂ। ਯਾਦ ਰੱਖਿਓ, ਸ਼ਹੀਦੀ ਐਵੇਂ ਨਹੀਂ ਪ੍ਰਾਪਤ ਕੀਤੀ ਜਾਂਦੀ। ਸ਼ਹੀਦ ਦੇ ਜੀਵਨ ਦੇ ਵਿੱਚ ਭਰਮ ਨਹੀਂ ਹੁੰਦਾ। ਭਰਮ ਤੋਂ ਭਾਵ ਕਿ ਡਿਊਲਿਟੀ ਨਹੀਂ ਹੁੰਦੀ, ਭੁਲੇਖਾ ਨਹੀਂ ਹੁੰਦਾ। ਉਹ ਪਤਾ ਹੁੰਦਾ ਉਸ ਨੂੰ, ਮੈਂ ਜਿਸ ਮਕਸਦ ਦੇ ਲਈ ਜਾ ਰਿਹਾ, ਮੈਂ ਜਿਸ ਮਕਸਦ ਦੇ ਲਈ ਇੱਥੇ ਖੜਾ ਹਾਂ, ਮੇਰਾ ਉਹ ਮਕਸਦ ਪਾਕ ਹੈ, ਮੇਰਾ ਉਹ ਮਕਸਦ ਬਿਲਕੁਲ ਕਲੀਅਰ ਲਫ਼ਜ਼ਾਂ ਦੇ ਵਿੱਚ ਉਸ ਨੂੰ ਇਸ ਗੱਲ ਦਾ ਪੂਰਾ ਗਿਆਨ ਹੁੰਦਾ। ਔਰ ਉਸ ਦੇ ਜੀਵਨ ਦੇ ਵਿੱਚ ਡਰ ਕਿਸੇ ਕਿਸਮ ਦਾ ਨਹੀਂ ਹੁੰਦਾ। ਜੇ ਡਰ ਹੁੰਦਾ ਤੇ ਸ਼ਾਇਦ ਅੱਜ ਚਮਕੌਰ ਨੂੰ ਆਪਾਂ ਯਾਦ ਨਾ ਕਰ ਰਹੇ ਹੁੰਦੇ। ਜੇ ਡਰ ਹੁੰਦਾ ਤੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਸਾਹਿਬਜ਼ਾਦੇ ਅੱਜ ਖੜੇ ਨਾ ਹੁੰਦੇ। ਜੇ ਡਰ ਹੁੰਦਾ ਤੇ ਸ਼ਾਇਦ ਅੱਜ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਸਰਵਸਦਾਨੀ ਨਾ ਕਹਿ ਰਹੇ ਹੁੰਦੇ। ਕਿਉਂਕਿ ਇਸ ਡਰ ਨੂੰ ਬਾਹਰ ਕੱਢ ਕੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਇਹ ਦੋਵੇਂ ਚੀਜ਼ਾਂ ਜਿਹੜਾ ਸ਼ਹੀਦ ਹੁੰਦਾ ਉਹਦੇ ਜੀਵਨ ਵਿੱਚ ਨਹੀਂ ਹੁੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ, ਅਸੀਂ ਥੋੜ੍ਹਾ ਜਿਹਾ ਇਤਿਹਾਸ ਨੂੰ ਵੀ ਅੱਜ ਵੇਖਣ ਦਾ ਯਤਨ ਕਰਨਾ। ਇਹ ਸ਼ਹਾਦਤ ਦੀ ਡੈਫੀਨੇਸ਼ਨ ਹੈ, ਸ਼ਹੀਦੀ ਐਵੇਂ ਪ੍ਰਾਪਤ ਨਹੀਂ ਹੁੰਦੀ। ਯਾਦ ਰੱਖਿਓ, ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਔਰ ਲਾਈਵ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਸਾਡੇ ਅੱਜ ਕਿਸਾਨ ਭਰਾ ਜਿਨ੍ਹਾਂ ਨੇ ਸੰਘਰਸ਼ ਕੀਤੇ ਤੇ ਜਿਨ੍ਹਾਂ ਨੇ 1 ਸਾਲ ਤੋਂ ਵੱਧ ਦਾ ਸਮਾਂ ਉਹਨਾਂ ਰੋਡਾਂ ਦੇ ਉੱਤੇ, ਉਹਨਾਂ ਟੈਂਟਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਬਤੀਤ ਕੀਤਾ, ਗਰਮੀ ਉਹਨਾਂ ਵੇਖੀ, ਝੱਖੜ ਮੀਂਹ ਉਹਨਾਂ ਵੇਖੇ, ਕਕਰਾਲੀ ਠੰਡ ਉਹਨਾਂ ਵੇਖੀ, ਇਹ ਸ਼ਹਾਦਤ ਦਾ ਮਾਰਗ ਸੀ। ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡਾ ਜਿਹੜਾ ਮਕਸਦ ਹੈ ਉਹ ਪਾਕ ਹੈ। ਜਿਸ ਮਕਸਦ ਦੀ ਖਾਤਰ ਅਸੀਂ ਗਏ ਹਾਂ, ਉਹਨਾਂ ਨੂੰ ਆਪਣੇ ਮਕਸਦ ਦੇ ਵਿੱਚ ਡਿਊਲਿਟੀ ਨਜ਼ਰ ਨਹੀਂ ਆਉਂਦੀ ਸੀ। ਅੱਜ ਅਨੰਦਪੁਰ ਸਾਹਿਬ ਆਪਣੀ ਸੁਰਤ ਲੈ ਕੇ ਚੱਲਿਓ ਕਿ ਜਿਸ ਵੇਲੇ ਗੁਰੂ ਕਲਗੀਧਰ ਪਿਤਾ 6 ਸਾਲ ਤੋਂ ਵੀ ਘੱਟ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਮਾਖੋਵਾਲ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਬੁਲਾਇਆ ਹੈ। ਪਟਨਾ ਸਾਹਿਬ ਤੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਸ ਧਰਤੀ ਤੇ ਆਏ ਨਾ, ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਤੇ ਇਸ ਧਰਤੀ ਦੇ ਉੱਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਸੰਗਤਾਂ, ਬੜਾ ਹੀ ਇੱਕ ਉੱਤਮ ਮਾਹੌਲ ਉੱਥੇ ਤਿਆਰ ਹੋਇਆ ਸੀ। ਸਿੱਖੀ ਦਾ ਪ੍ਰਚਾਰ, ਜਿਹੜੇ ਸਿੱਖੀ ਦੇ ਫਲਸਫੇ ਸਨ ਉੱਥੇ ਦ੍ਰਿੜ ਕਰਾਏ ਜਾਂਦੇ ਸਨ। ਥੋੜ੍ਹਾ ਜਿਹਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਗੁਰੂ ਪਿਤਾ ਦੇ ਨਾਲ ਰਹਿਣ ਦਾ ਪ੍ਰਾਪਤ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਲ। ਕਹਿ ਲਓ ਕਿ ਮੈਂ ਜੇ ਕੈਲਕੂਲੇਸ਼ਨ ਕਰਾਂ ਤੇ ਕੇਵਲ 3 ਸਾਲ। ਤੁਸੀਂ ਕਦੇ ਪੜ੍ਹਿਓ, ਡੇਟਾਂ ਸਾਰੀਆਂ ਪੜ੍ਹ ਕੇ ਵੇਖ ਲਿਓ। 3 ਸਾਲ ਤੋਂ ਵੱਧ ਸਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਲ ਉਹਨਾਂ ਦੀ ਗੋਦ ਵਿੱਚ ਬੈਠਣ ਦਾ ਨਹੀਂ ਪ੍ਰਾਪਤ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਇਸ 3 ਸਾਲ ਦੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਜੋ ਸ਼ਖਸੀਅਤ ਦੁਨੀਆ ਦੇ ਨਕਸ਼ੇ ਕਦਮ 'ਤੇ ਉੱਭਰ ਕੇ ਆਈ, ਉਹ ਅੱਜ ਵੀ ਇਤਿਹਾਸਕਾਰ ਦੰਗ ਹਨ ਇਸ ਗੱਲ ਦੇ ਉੱਤੇ ਕਿ ਇਤਨੀ ਛੋਟੀ ਉਮਰ ਦੇ ਵਿੱਚ ਇਤਨੇ ਵੱਡੇ ਕਾਰਨਾਮੇ ਰੂਹੇ ਕਾਇਨਾਤ ਦੇ ਵਿੱਚ ਹੋਏ ਜੋ ਅੱਜ ਤੱਕ ਦੁਨੀਆ ਦੇ ਲੋਕ ਨਹੀਂ ਕਰ ਸਕੇ। ਤੁਸੀਂ ਇਤਿਹਾਸ ਬਾਚ ਰਹੇ ਹੋ, ਲਗਾਤਾਰ ਅਸੀਂ ਇਤਿਹਾਸ ਸਰਵਣ ਕਰ ਰਹੇ ਹਾਂ, ਲਗਾਤਾਰ ਆਪਾਂ ਇਤਿਹਾਸ ਦ੍ਰਿੜ ਕਰ ਰਹੇ ਹਾਂ ਔਰ ਆਪਣੇ ਬੱਚਿਆਂ ਦੇ ਨਾਲ ਸਾਂਝਾ। ਇਹ ਹਰ ਸਾਲ ਜਿਹੜੀਆਂ ਪ੍ਰਭਾਤ ਫੇਰੀਆਂ ਕੱਢਣੀਆਂ, ਇਹ ਹਰ ਸਾਲ ਜਿਹੜੇ ਅਸੀਂ ਸਮਾਗਮ ਕਰ ਰਹੇ ਹਾਂ, ਇਹ ਲੜੀਆਂ ਚਲਾ ਰਹੇ ਹਾਂ, ਜਿਹੜੀਆਂ ਇਤਨੇ ਉੱਤਮ ਉਪਰਾਲੇ ਕੀਤੇ ਜਾ ਰਹੇ ਨੇ, ਇਹ ਸਾਰੇ ਦੇ ਸਾਰੇ ਉਪਰਾਲੇ ਕਰਨ ਦਾ ਇੱਕ ਕਾਰਨ ਹੈ ਕਿ ਇਹ ਜਿਹੜੇ ਇਤਿਹਾਸ ਹਨ ਇਹ ਦ੍ਰਿੜ ਹੋ ਜਾਣ, ਸਾਡੇ ਬੱਚਿਆਂ ਨੂੰ ਇਹਨਾਂ ਇਤਿਹਾਸ ਦੀ ਜਾਣਕਾਰੀ ਹੋ ਜਾਏ ਤਾਂ ਕਿ ਉਹਨਾਂ ਦਾ ਜੀਵਨ ਵਿੱਚ ਵੀ ਸਿਦਕ ਤੇ ਸਬਰ ਆ ਜਾਏ, ਇੱਕ ਸ਼ਹਾਦਤ ਦਾ ਮਾਰਗ, ਜਿੰਦੇ ਸ਼ਹਾਦਤ ਦਾ ਮਾਰਗ ਉਹਨਾਂ ਦੇ ਸਾਹਮਣੇ ਆ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਦੇ ਜੀਵਨ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਜੇ ਪੌਣੇ 9 ਸਾਲ ਉਮਰ ਹੈ ਗੋਬਿੰਦ ਰਾਏ ਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ, ਕਸ਼ਮੀਰ ਤੋਂ ਪੰਡਤ ਚੱਲ ਕੇ ਆਏ ਨੇ ਕਿਉਂਕਿ ਜ਼ਬਰ ਤੇ ਜ਼ੁਲਮ ਸ਼ੁਰੂ ਹੋ ਗਿਆ। ਇੱਕ ਮੁਤੱਸਬੀ ਰਾਜੇ ਨੇ ਇਸ ਥਾਣ ਲਈ ਆਪਣੇ ਮਨ ਦੇ ਅੰਦਰ ਕਿ ਮੈਂ ਇੱਕ ਹੀ ਧਰਮ ਦੁਨੀਆ ਦੇ ਤਖਤੇ ਤੇ ਚਾਹਨਾ, ਤੇ ਉਸਨੇ ਸੋਚ ਬਣਾਈ ਕਿ ਸਾਰਿਆਂ ਨੂੰ ਇੱਕ ਹੀ ਧਰਮ, ਇੱਕ ਝੰਡੇ ਥੱਲੇ ਮੈਂ ਲੈ ਕੇ ਆਣਾ। ਛਾਈ ਜਾਤੀ ਏਕਤਾ, ਅਨੇਕਤਾ ਬਿਲਾਈ ਜਾਤੀ। ਏਕਤਾ, ਇੱਕ ਧਰਮ ਉਹ ਚਾਹੁੰਦਾ ਸੀ ਕਿ ਉਹ ਇੱਕੋ ਧਰਮ ਹੋਵੇ, ਔਰ ਕਿਹੜਾ ਧਰਮ ਹੋਵੇ? ਕੇਵਲ ਇਸਲਾਮ ਹੋਵੇ।
ਤੇ ਸ਼ਰਤ ਕੀ ਰੱਖੀ, ਸਵਾ ਮਨ ਜਨੇਊ ਉਤਾਰ ਕੇ ਤੇ ਫਿਰ ਮੈਂ ਆਪਣੇ ਮੂੰਹ ਦੇ ਵਿੱਚ ਨਿਵਾਲਾ ਪਾਵਾਂਗਾ। ਮੈਨੂੰ ਇਹ ਰਿਪੋਰਟ ਮਿਲੇ ਕਿ ਅੱਜ ਜਿਹੜੇ ਜਨੇਊ ਉਤਰੇ ਨੇ ਸਵੇਰੇ, ਇਹ ਸਵਾ ਮਨ ਉਤਰਨਗੇ ਤੇ ਮੈਂ ਆਪਣੇ ਮੂੰਹ ਵਿੱਚ ਕੁਝ ਪਾਵਾਂਗਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਇੱਕ 16 ਉੱਥੋਂ ਕਸ਼ਮੀਰ ਦੇ ਵਾਸੀਆਂ ਦਾ ਇੱਕ ਦਲ ਸਤਿਗੁਰੂ ਜੀ ਦੇ ਦਰ ਤੇ ਆ ਕੇ ਫਰਿਆਦ ਕਰਦਾ ਹੈ, ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਨੇ ਸਭ ਦੀ ਬਾਂਹ ਫੜੀ ਹੈ, ਗੁਰੂ ਨਾਨਕ ਦੇ ਘਰ ਨੇ ਸਭ ਨੂੰ ਪਿਆਰ ਕੀਤਾ, ਸਭ ਨੂੰ ਜਗ੍ਹਾ ਦਿੱਤੀ ਹੈ। ਅੱਜ ਸਾਰੇ ਹੀਲੇ ਵਸੀਲੇ ਮੁੱਕ ਗਏ ਹਨ, ਅੱਜ ਸਾਡਾ ਧਰਮ ਖਤਰੇ ਵਿੱਚ ਹੈ, ਅੱਜ ਸਾਡਾ ਤਿਲਕ ਖਤਰੇ ਵਿੱਚ ਹੈ, ਅੱਜ ਸਾਡਾ ਜਨੇਊ ਖਤਰੇ ਵਿੱਚ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀ ਕੇ ਪੌਣੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੌਣੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਨੂੰ ਸ਼ਹਾਦਤ ਦੇ ਲਈ ਤੋਰ ਦਿੱਤਾ ਸੀ। ਅਸੀਂ ਜਦੋਂ ਦਰਸ਼ਨ ਕਰਦੇ ਹਾਂ ਨਾ ਚਮਕੌਰ ਸਾਹਿਬ ਦੇ, ਤੇ ਜਦੋਂ ਮੁੱਖ ਦੁਆਰ ਤੇ ਅਸੀਂ ਐਂਟਰ ਕਰਦੇ ਹਾਂ, ਉੱਥੇ ਇੱਕ ਪੰਕਤੀ ਲਿਖੀ ਹੈ ਬੜੀ ਖੂਬਸੂਰਤ। ਉੱਥੇ ਲਿਖਿਆ, ਪਹਿਲੇ ਬਾਪ ਕਟਾਇਆ ਅਬ ਬੇਟੇ ਕਟਾਊਂਗਾ। ਕਹਿੰਦੇ ਪਹਿਲਾਂ ਮੈਂ ਬਾਪ ਕਟਾ ਦਿੱਤਾ ਸੀ, ਦੁਨੀਆ ਦੇ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਭੇਜਿਆ। ਪਹਿਲੇ ਬਾਪ ਕਟਾਇਆ ਅਬ ਬੇਟੇ ਕਟਾਊਂਗਾ, ਨਾਨਕ ਕਾ ਵਾਗ ਹੈ ਖੂਨੇ ਜਿਗਰ ਸੇ ਖਿਲਾਊਂਗਾ। ਇਹ ਗੁਰੂ ਨਾਨਕ ਦਾ ਵਾਗ ਹੈ। ਇੱਥੇ ਤੇ ਭਲਿਓ ਮੈਂ ਜਿਗਰ ਦੇ ਖੂਨ ਦੇ ਨਾਲ ਇਸ ਦੀ ਖੂਬਸੂਰਤੀ ਬਣਾਵਾਂਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਅਨੰਦਪੁਰ ਸਾਹਿਬ ਦੇ ਵਿੱਚ, ਮੈਂ ਅਕਸਰ ਇਹ ਬੇਨਤੀ ਕਰਦਾ, ਬੜਾ ਲੰਬਾ ਇਤਿਹਾਸ ਹੈ ਅਨੰਦਪੁਰ ਸਾਹਿਬ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਖਸੀਅਤ ਨੂੰ ਸਮਝਣਾ ਹੋਵੇ ਤੇ ਸਤਿਗੁਰੂ ਜੀ ਦੇ ਹਰ ਪੱਖ ਨੂੰ ਵੇਖਣਾ ਪਵੇਗਾ। ਅਨੰਦਪੁਰ ਸਾਹਿਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਿਹੜੀਆਂ ਚੁਣੌਤੀਆਂ, ਕਿਹੜੀਆਂ ਚੁਣੌਤੀਆਂ ਸਨ? ਸਭ ਤੋਂ ਪਹਿਲੀ ਚੁਣੌਤੀ ਘਰੋਂ ਸ਼ੁਰੂ ਹੋਈ ਸੀ, ਯਾਦ ਰੱਖਿਓ। ਔਰ ਉਹ ਚੁਣੌਤੀ ਸੀ ਮਸੰਦਾਂ ਦੀ, ਜਿਹੜੇ ਗੁਰੂ ਨਾਨਕ ਦੇ ਘਰ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਦੇ ਪ੍ਰਚਾਰਕ ਸਨ, ਜਿਹੜੇ ਮਸੰਦ ਬਣ ਚੁੱਕੇ ਸਨ। ਜੀਵਨ ਭ੍ਰਸ਼ਟ ਹੋ ਚੁੱਕਿਆ ਸੀ ਬਹੁਤਿਆਂ ਦਾ, ਸਾਰਿਆਂ ਦਾ ਨਹੀਂ, ਬਹੁਤਿਆਂ ਦਾ ਜੀਵਨ ਭ੍ਰਸ਼ਟ ਹੋ ਚੁੱਕਿਆ ਸੀ। ਪੀੜ੍ਹੀ ਦਰ ਪੀੜ੍ਹੀ ਮਸੰਦੀ ਕਰਦਿਆਂ ਉਹ ਇੱਥੋਂ ਤੱਕ ਉਹਨਾਂ ਦੀ ਇੱਕ ਆਵਾਜ਼ ਆ ਗਈ, ਜੇ ਅਸੀਂ ਚਾਹੀਏ ਤੇ ਗੁਰੂ ਬਣਾ ਸਕਨੇ ਹਾਂ, ਜੇ ਅਸੀਂ ਚਾਹੀਏ ਤੇ ਗੁਰੂ ਢਾਹ ਸਕਨੇ ਹਾਂ। ਪਹਿਲੀ ਸਭ ਤੋਂ ਵੱਡੀ ਸਮੱਸਿਆ ਪੌਣੇ 9 ਸਾਲ ਦੀ ਉਮਰ ਦੇ ਵਿੱਚ, 9 ਸਾਲ ਦੀ ਉਮਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ ਉਹ ਮਸੰਦਾਂ ਦੀ ਸਭ ਤੋਂ ਵੱਡੀ ਪਹਿਲੀ ਸਮੱਸਿਆ ਆਈ ਸੀ। ਇੱਕ ਲੜਾਈ ਘਰ ਵਿੱਚ ਪੈ ਗਈ। ਹੁਣ ਦੂਸਰੀ, ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇ ਘਰ ਦੀਆਂ ਰਵਾਇਤਾਂ, ਜਿਹੜਾ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ, ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ ਸੀ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੌਮ ਦੇ ਵਿੱਚ ਇੱਕ ਟਰਨਿੰਗ ਪੁਆਇੰਟ, ਇੱਕ ਮੋੜਾ ਸਿੱਖ ਇਤਿਹਾਸ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ। ਔਰ ਚੇਂਜ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਸੰਤ ਤੇ ਸਿਪਾਹੀ ਦਾ ਕਨਸੈਪਟ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਵੇਲੇ ਲਾਗੂ ਕਰ ਦਿੱਤਾ ਸੀ। ਜਿਹੜਾ ਗੁਰੂ ਨਾਨਕ ਬਾਬਾ ਪੜ੍ਹਾਉਂਦੇ ਸਨ ਨਾ ਸਾਨੂੰ ਸ਼ਬਦਾਂ ਦੇ ਵਿੱਚ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਅਸੀਂ ਗੁਰੂ ਨਾਨਕ ਬਾਬੇ ਦੇ ਸਿਧਾਂਤ ਪੜ੍ਹਦੇ ਸੀ, ਉਹਨਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਲਾਗੂ ਕਰ ਦਿੱਤਾ। ਉਹ ਪ੍ਰੈਕਟੀਕਲ ਤੌਰ ਦੇ ਉੱਤੇ ਜਦੋਂ ਸਾਹਮਣੇ ਇਹ ਆਉਣਾ ਸ਼ੁਰੂ ਹੋਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਕਹਿ ਲਓ ਕਿ ਕੌਮ ਦੇ ਵਿੱਚ ਇੱਕ ਵੱਖਰਾ ਮੋੜ ਆਇਆ ਸੀ। ਤੁਸੀਂ ਥੋੜ੍ਹਾ ਫਿਰ ਅੱਗੇ ਵਧੇ ਅਸੀਂ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ, ਮੋੜ ਅੱਜ ਵੀ ਆਇਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਮਰ ਭਾਵੇਂ ਛੋਟੀ ਸੀ, ਸਤਿਗੁਰੂ ਜੀ ਨੇ ਉਸ ਵੇਲੇ ਫਿਰ ਇਸ ਕੌਮ ਦੀ ਤਿਆਰੀ ਸ਼ੁਰੂ ਕੀਤੀ ਹੈ ਕਿ ਇਸ ਕੌਮ ਦੇ ਨਾਲ ਹੁਣ ਸ਼ਾਂਤਮਈ ਸਬਰ ਤੇ ਜ਼ਬਰ ਦੇ ਨਾਲ ਮੁਕਾਬਲਾ ਕਰਨਾ ਪਏਗਾ। ਜਿਹੜਾ ਜ਼ਬਰ ਸੀ ਉਹਦਾ ਸਬਰ ਦੇ ਨਾਲ ਮੁਕਾਬਲਾ ਕਰਨਾ ਕਰਕੇ ਵੇਖ ਲਿਆ, ਸ਼ਹਾਦਤ ਦੇ ਕੇ ਵੇਖ ਲਈ। ਹੁਣ ਹੋ ਸਕਦਾ ਬੈਰੀ ਦੇ ਨਾਲ ਜੋ ਸਿਪਾਹੀ ਪੁਣਾ ਹੈ ਉਹ ਵੀ ਦੱਸਣਾ ਪਵੇ। ਸਤਿਗੁਰੂ ਜੀ ਨੇ ਜਿਸ ਵੇਲੇ ਤਿਆਰੀਆਂ ਸ਼ੁਰੂ ਕੀਤੀਆਂ, ਜਿਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਫੌਜਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ, ਆਵਾਜ਼ ਮਾਰੀ, ਸੱਦੇ ਭੇਜੇ ਕਿ ਚੰਗੀਆਂ ਜਵਾਨੀਆਂ, ਚੰਗੇ ਘੋੜੇ, ਚੰਗੇ ਸ਼ਸਤਰ ਭੇਟ ਕਰੋ ਤਾਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਵੱਡੀ ਫੌਜ ਫਿਰ ਤਿਆਰ ਹੋ ਸਕੇ। ਤੇ ਉਸ ਵੇਲੇ ਇੱਕ ਨਗਾਰਾ ਬਣਾਇਆ ਗਿਆ, ਜਿਸ ਨਗਾਰੇ ਨੂੰ ਰਣਜੀਤ ਨਗਾਰਾ ਕਹਿ ਕੇ ਆਪਾਂ ਯਾਦ ਕਰਦੇ ਹਾਂ ਇਤਿਹਾਸ ਦੇ ਪੰਨਿਆਂ ਵਿੱਚ।
ਹੁਣ ਨਗਾਰੇ ਦੇ ਜਦੋਂ ਚੋਟ ਵੱਜਦੀ ਹੈ, ਉਹ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਦੁਸ਼ਮਣੀ ਕੋਈ ਨਹੀਂ ਹੈ, ਯਾਦ ਰੱਖਿਓ ਇੱਕ ਗੱਲ, ਨਾ ਗੁਰੂ ਨੇ ਕਿਸੇ ਦੀ ਜ਼ਮੀਨ ਮੱਲੀ ਹੈ, ਕਿਉਂਕਿ ਜਿਹੜੀ ਮਾਖੋਵਾਲ ਦੀ ਧਰਤੀ ਸੀ ਉਹ 500 ਰੁਪਈਆ ਦੇ ਕੇ, ਉਸ ਵੇਲੇ ਦੇ ਜਿਹੜੇ ਰੁਪਈਏ ਸਨ 500 ਦੀ ਕੀਮਤ ਦੇ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੁੱਲ ਖਰੀਦੀ ਸੀ। ਉੱਥੇ ਜਿਹੜੀ ਉਸਾਰੀ ਕੀਤੀ ਜਾਂਦੀ ਹੈ, ਜੋ ਉੱਥੇ ਕੰਮ ਕੀਤੇ ਜਾਂਦੇ ਨੇ, ਉਹ ਸਾਰੇ ਦੇ ਸਾਰੇ ਕੰਮ ਜਿਹੜੇ ਨੇ ਉਹ ਸੰਗਤ ਜਿਹੜਾ ਦਸਵੰਧ ਦਿੰਦੀ ਹੈ, ਜੋ ਗੁਰੂ ਘਰ ਦੇ ਵਿੱਚ ਮਾਲ ਧਨ ਆਉਂਦਾ ਉਸ ਦੇ ਨਾਲ ਕੀਤੇ ਜਾਂਦੇ ਨੇ। ਕੋਈ ਦੁਸ਼ਮਣੀ ਕਿਸੇ ਦੇ ਨਾਲ, ਕਿਸੇ ਦੀ ਜ਼ਮੀਨ ਨਹੀਂ ਮੱਲੀ, ਕੋਈ ਜ਼ਰ ਦੀ ਜੰਗ ਨਹੀਂ ਸੀ, ਕਿਸੇ ਦੇ ਨਾਲ ਕਿਸੇ ਪ੍ਰਾਪਰਟੀ ਦਾ ਕੋਈ ਝਗੜਾ ਨਹੀਂ ਸੀ, ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਆਪਣੇ ਘਰ ਨੂੰ ਵੱਡਾ ਕਰ ਰਹੇ, ਆਪਣੇ ਘਰ ਦੀ ਸਥਿਤੀ ਨੂੰ ਸੰਭਾਲ ਰਹੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਨਹੀਂ ਚੰਗਾ ਲੱਗ ਰਿਹਾ ਉਹਨਾਂ ਪਹਾੜੀ ਰਾਜਿਆਂ ਨੂੰ। ਰਾਜਾ ਭੀਮ ਚੰਦ ਜਿਹੜਾ ਕਹਿਲੂਰ ਦਾ ਉਸ ਵੇਲੇ ਮੁਖੀ ਰਾਜਾ ਸੀ ਬਿਲਾਸਪੁਰ ਦੇ ਵਿੱਚ, ਉਸ ਰਾਜੇ ਨੇ ਜਦੋਂ ਇਹ ਸਭ ਵੇਖਿਆ ਕਿ ਇਹ ਇੱਕ ਸਮਾਂ ਆਏਗਾ ਸਾਡੇ ਵਾਸਤੇ ਖਤਰਾ ਬਣਨਾ ਸ਼ੁਰੂ ਹੋ ਗਿਆ, ਇਹ ਉਹਨਾਂ ਨੂੰ ਭਾਂਪਣਾ ਸ਼ੁਰੂ ਕਰ ਲਿਆ ਅੰਦਰੋਂ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਮਨੁੱਖੀ ਹੱਕਾਂ ਦੀ ਗੱਲ ਕੀਤੀ ਜਾਂਦੀ ਸੀ। ਯਾਦ ਰੱਖਿਓ, ਹਿਊਮਨ ਰਾਈਟਸ। ਇੱਥੇ ਬਰਾਬਰਤਾ ਦਾ ਸਿਧਾਂਤ ਦਿੱਤਾ ਜਾਂਦਾ ਸੀ ਕਿ ਹਰ ਇੱਕ ਨੂੰ ਇੱਕ ਜੈਸਾ ਸਭ ਦੇ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਸੀ। ਇੱਕ ਪੰਗਤ ਦਾ ਸਿਧਾਂਤ, ਇੱਕ ਲੰਗਰ ਦਾ ਸਿਧਾਂਤ ਗੁਰੂ ਨਾਨਕ ਦੇ ਘਰ ਵਿੱਚ ਸੀ। ਇੱਥੇ ਊਚ ਨੀਚ ਦੇ ਲਈ ਕੋਈ ਜਗ੍ਹਾ ਨਹੀਂ ਸੀ। ਜਿਹੜੇ ਲੋਕ ਉਹਨਾਂ ਪਹਾੜੀਆਂ ਦੀ ਜ਼ਿਲਮ ਦਾ ਸ਼ਿਕਾਰ ਹੋਇਆ ਕਰਦੇ ਸਨ, ਉਹਨਾਂ ਦੀ ਬੇਇਨਸਾਫੀ ਦਾ ਸ਼ਿਕਾਰ ਹੋਇਆ ਕਰਦੇ ਸਨ, ਜਿਸ ਵੇਲੇ ਗੁਰੂ ਨਾਨਕ ਦਾ ਘਰ ਵੇਖਿਆ, ਖੁੱਲ੍ਹੇ ਦਰਵਾਜ਼ੇ ਦੇਖੇ, ਕਿਉਂਕਿ ਸਭੇ ਸਾਂਝੀ ਵਾਲ ਸਧਾਇਨ ਤੂੰ ਕਿਸੇ ਨਾ ਦਿਸੇ ਵਾਹ ਰਾਜੀ ਹੋ। ਜਦੋਂ ਇਹ ਸਿਧਾਂਤ ਗੁਰੂ ਨਾਨਕ ਦੇ ਘਰ ਦੇ ਵੇਖੇ, ਦੁਨੀਆ ਦੇ ਲੋਕਾਂ ਦੇ ਭੀੜਾਂ ਬਹੀੜਾਂ ਘੱਤ ਕੇ ਗੁਰੂ ਨਾਨਕ ਦੇ ਘਰ ਵਿੱਚ ਆਉਣਾ ਸ਼ੁਰੂ ਕੀਤਾ। ਉਹ ਇਸ ਘਰ ਦੇ ਵਿੱਚ ਤੇ ਸਾਨੂੰ ਇੱਜ਼ਤ ਮਿਲਦੀ ਹੈ, ਇਸ ਘਰ ਦੇ ਵਿੱਚ ਤੇ ਸਾਨੂੰ ਮਰਿਆਦਾ ਮਿਲਦੀ ਹੈ, ਇਸ ਘਰ ਦੇ ਵਿੱਚ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਕੋਈ ਗੁਰੂ ਨਾਨਕ ਪ੍ਰਚਾਰ ਕਰਨ ਜਦੋਂ ਜਾਂਦੇ ਸਨ, ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਸਤਿਗੁਰੂ ਜੀ ਦੇ ਜਿਹੜੇ ਜੀਵਨ ਜੀਣ ਦੇ ਢੰਗ ਸਨ ਉਹੀਓ ਕਰਵਾ ਦਿੰਦੇ ਸੀ। ਇਹ ਨਹੀਂ ਬਰਦਾਸ਼ਤ ਹੁੰਦਾ ਉਹਨਾਂ ਪਹਾੜੀ ਰਾਜਿਆਂ ਨੂੰ। ਔਰ ਸਤਿਗੁਰੂ ਜੀ ਦੀ ਸੂਝਵਾਨਤਾ, ਸਤਿਗੁਰੂ ਜੀ ਦਾ ਦੂਰ ਦ੍ਰਿਸ਼ਟੀ ਉਸ ਅਨੰਦਪੁਰ ਸਾਹਿਬ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਇਤਨੀ ਈਰਖਾ ਸਾਰੇ ਪਹਾੜੀ ਕਰ ਰਹੇ ਨੇ। ਸਾਰਿਆਂ ਨੇ ਆਪਸ ਦੇ ਵਿੱਚ ਇਕੱਠੇ ਹੋ ਕੇ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ, ਬੜੀ ਜ਼ਿਆਦਾ ਈਰਖਾ ਕਰਦੇ ਨੇ। ਪਰ ਸਤਿਗੁਰੂ ਜੀ ਅਡੋਲ ਚਿੱਤ, ਆਪਣੇ ਮਕਸਦ, ਆਪਣੇ ਕੰਮ ਵੱਲ ਧਿਆਨ ਹੈ ਕਿ ਕੌਮ ਦੀ ਬਾਗਡੋਰ, ਕੌਮ ਨੂੰ ਵੱਡਾ ਕਰ ਰਹੇ ਨੇ। ਤੇ ਉਸ ਵੇਲੇ ਜਦੋਂ ਮੈਂ ਸੰਖੇਪ 'ਚ ਸਾਂਝਾ ਕਰਾਂ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਨੂੰ ਛੱਡ ਕੇ ਤੇ ਸਤਿਗੁਰੂ ਜੀ ਨਾਹਨ ਵੱਲ ਵੀ ਗਏ, ਭਾਵੇਂ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ਉੱਤੇ ਗਏ। ਪੌਂਟਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਸਾਇਆ, ਪੌਂਟਾ ਸਾਹਿਬ ਜਿੱਥੇ ਅਸੀਂ ਆਪਾਂ ਦਰਸ਼ਨ ਕਰਦੇ ਹਾਂ। ਇਹ ਸਮਾਂ ਸਤਿਗੁਰੂ ਜੀ ਚਾਹੁੰਦੇ ਸਨ ਕਿ ਇਹ ਸਮਾਂ ਟਲਦਾ ਜਾਏ ਔਰ ਸਿੱਖ ਤਾਕਤ ਜਿਹੜੀ ਹੈ, ਸਿੱਖ ਸ਼ਕਤੀ ਜਿਹੜੀ ਹੈ, ਇਹ ਤਕੜੀ ਹੁੰਦੀ ਜਾਏ, ਫੌਜਾਂ ਵੱਧਦੀਆਂ ਜਾਣ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਹ ਨੀਤੀ ਸੀ ਉਸ ਵੇਲੇ। ਕਿਉਂਕਿ ਨੀਤੀ ਤੋਂ ਬਿਨਾਂ, ਯਾਦ ਰੱਖਿਓ, ਅੱਜ ਮੈਂ ਨਾ ਸਿੱਖ ਸਟੇਜਾਂ ਦੇ ਉੱਤੇ ਆਮ ਤੌਰ ਦੇ ਉੱਤੇ ਇੱਕ ਲਫ਼ਜ਼ ਸੁਣਨਾ ਕਿ ਸਿੱਖ ਰਾਜਨੀਤਿਕ ਨਹੀਂ ਹੋਣਾ ਚਾਹੀਦਾ। ਯਾਦ ਰੱਖਿਓ, ਮੀਰੀ ਤੇ ਪੀਰੀ ਦਾ ਸਿਧਾਂਤ ਗੁਰੂ ਨਾਨਕ ਦੇ ਘਰ ਨੇ ਸਭ ਤੋਂ ਪਹਿਲਾਂ ਸਾਨੂੰ ਬਖਸ਼ਿਸ਼ ਕੀਤਾ। ਤੇ ਜਿਸ ਅਕਾਲ ਤਖਤ ਨੂੰ ਆਪਾਂ ਜਾ ਕੇ ਸਮਰਪਿਤ ਹੁੰਦੇ ਹਾਂ ਨਾ, ਜਿਸ ਜਗ੍ਹਾ ਦੇ ਉੱਤੇ ਜਾ ਕੇ ਅਸੀਂ ਸ਼੍ਰੀ ਦਰਬਾਰ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ, ਕਦੇ ਉੱਥੋਂ ਦਾ ਖਾਕਾ ਦੇਖ ਕੇ, ਉੱਥੋਂ ਦਾ ਨਕਸ਼ਾ ਦੇਖ ਕੇ ਤੇ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਕਿ ਸਿੱਖ ਦੀ ਰਾਜਨੀਤੀ, ਸਿੱਖ ਦੀ ਸਿਆਸਤ ਕੀ ਹੈ, ਕਿੱਥੋਂ ਸ਼ੁਰੂ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਨਕਸ਼ਾ ਹੀ ਇਸ ਕਿਸਮ ਦਾ ਉਲੀਕਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਸ ਵੇਲੇ ਅਕਾਲ ਤਖਤ ਦੀ ਨੀਂਹ ਰੱਖੀ ਤੇ ਸਤਿਗੁਰੂ ਜੀ ਨੇ ਉਸ ਨਕਸ਼ੇ ਦੇ ਵਿੱਚੋਂ ਹੀ ਮੀਰੀ ਪੀਰੀ ਦਾ ਸਿਧਾਂਤ ਸਾਡੇ ਸਾਹਮਣੇ ਰੱਖ ਦਿੱਤਾ। ਸਿੱਖਾ, ਜਦੋਂ ਤੂੰ ਗੁਰੂ ਦੇ ਦਰਬਾਰ ਦੇ ਵਿੱਚ ਜਾਵੇਂਗਾ, ਜਦੋਂ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਤਮਸਤਕ ਹੋਵੇਂਗਾ, ਤੇਰੇ ਸਾਹਮਣੇ ਕੋਈ ਸਿਆਸਤ ਨਹੀਂ ਹੋਵੇਗੀ। ਤੁਸੀਂ ਕਦੇ ਦਰਬਾਰ ਸਾਹਿਬ ਜਾ ਕੇ ਜਦੋਂ ਅਸੀਂ ਸਤਿਗੁਰੂ ਜੀ ਨੂੰ ਨਤਮਸਤਕ ਹੁੰਦੇ ਹਾਂ ਤੇ ਦੇਖਿਓ ਕਦੇ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਉੱਥੇ ਕੁਝ ਵੀ ਹੋਰ ਨਜ਼ਰ ਨਹੀਂ ਆਉਂਦਾ। ਤੇ ਜਿਸ ਵੇਲੇ ਅਸੀਂ ਅਕਾਲ ਤਖਤ ਦੇ ਉਸ ਥੜੇ ਤੇ ਜਾ ਕੇ ਖੜੇ ਹੋਵਾਂਗੇ, ਉਸ ਬਾਲਕੋਨੀ ਦੇ ਵਿੱਚ ਖੜੇ ਹੋਵਾਂਗੇ, ਸਿੱਖਾ ਤੂੰ ਕੋਈ ਵੀ ਫੈਸਲੇ ਕਰਨੇ ਨੇ, ਆਪਣੇ ਕੌਮੀ ਫੈਸਲੇ ਕਰਨੇ ਨੇ, ਤੇਰੇ ਸਾਹਮਣੇ ਗੁਰੂ ਦਾ ਉਪਦੇਸ਼ ਹੋਣਾ ਚਾਹੀਦਾ। ਉੱਥੋਂ ਖੜੇ ਹੋ ਕੇ ਨਜ਼ਰ ਮਾਰਿਓ, ਕਦੇ ਪ੍ਰੈਕਟੀਕਲ ਕਰਿਓ, ਨਜ਼ਰ ਮਾਰਿਓ, ਸਾਹਮਣੇ ਗੁਰੂ ਗ੍ਰੰਥ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਨਜ਼ਰ ਆਉਂਦੇ ਹੋਣਗੇ। ਵੱਖਰੀ ਗੱਲ ਹੈ ਕਿ ਅੱਜ ਦੁਨੀਆ ਦੇ ਲੋਕਾਂ ਨੇ
ਇੱਕ ਅਮੋਲਕ ਸਿਧਾਂਤ। ਕੱਲ ਰਾਤ ਦੀ ਗੱਲ ਹੈ, ਇੱਕ ਸੈਮੀਨਾਰ ਦੇ ਵਿੱਚ 2.5 ਘੰਟੇ ਇੱਕ ਕੈਨੇਡਾ ਦੀ ਸੰਸਥਾ ਹੈ ਜਿਹੜੀ ਕੋਹਿਬ ਜਿਹਦਾ ਨਾਂ ਹੈ, ਉਸ ਦੇ ਵਿੱਚ ਇੱਕ ਸੈਮੀਨਾਰ ਚੱਲ ਰਿਹਾ ਸੀ ਜਿਹਦੇ ਵਿੱਚ ਪ੍ਰੈਜੈਂਟੇਸ਼ਨ ਸੀ। ਬਹੁਤ ਦੁਨੀਆ ਦੇ ਹਰ ਮੁਲਕ ਦੇ ਲੋਕ ਉਹਦੇ ਵਿੱਚ ਬੈਠੇ ਹੋਏ ਸਨ। ਉਹਦੇ ਵਿੱਚ HOD ਬੈਠੇ ਸਨ ਪੰਜਾਬੀ ਯੂਨੀਵਰਸਿਟੀਜ਼ ਦੇ, ਕਿਰਪਾਲ ਸਿੰਘ ਜੀ ਬੈਠੇ ਸਨ, ਨਵਜੋਤ ਸਿੰਘ ਜੀ ਬੈਠੇ ਸਨ। ਔਰ ਬੜੀ ਕੀਮਤੀ ਗੱਲ ਉਹਨਾਂ ਸਿੰਘ ਸਾਹਿਬ ਨੇ ਕੀਤੀ ਜਿਹੜੀ ਮੈਂ ਪਹਿਲੀ ਵਾਰ ਆਪਣੀ ਜ਼ਿੰਦਗੀ 'ਚ ਨਵੀਂ ਗੱਲ ਸੁਣੀ ਹੋਵੇਗੀ। ਉਹ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਗੁਰਬਾਣੀ ਹੈ ਨਾ, ਇਸ ਮੁੰਦਾਵਣੀ ਦੇ ਵਿੱਚੋਂ ਸਾਨੂੰ ਇੱਕ ਗੱਲ ਸਮਝ ਆਉਂਦੀ ਹੈ। ਜਦੋਂ ਅਸੀਂ ਮੁੰਦਾਵਣੀ ਪੜ੍ਹਦੇ ਹਾਂ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੇ ਵਿੱਚ ਗੱਲ ਰੱਖੀ ਹੈ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਕਹਿੰਦੇ ਇਹ 3 ਚੀਜ਼ਾਂ ਐਸੀਆਂ ਹਨ ਜਿਹਦੀ ਦੁਨੀਆ ਦੇ ਹਰ ਬੰਦੇ ਨੂੰ ਜ਼ਰੂਰਤ ਹੈ, ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਵਸ ਰਿਹਾ ਹੈ, ਕਿਸੇ ਵੀ ਮਜ਼ਹਬ ਨਾਲ ਸੰਬੰਧਿਤ ਹੈ, ਕਿਸੇ ਵੀ ਜਾਤ ਨਾਲ ਸੰਬੰਧਿਤ ਹੈ। ਉਸ ਨੂੰ ਸਬਰ ਵੀ ਚਾਹੀਦਾ, ਸੰਤੋਖ ਵੀ। ਸਤ ਸੰਤੋਖ, ਦਇਆ, ਧਰਮ, ਧੀਰਜ ਸਭ ਚਾਹੀਦਾ ਹੈ। ਇਹਦੇ ਬਿਨਾਂ ਜ਼ਿੰਦਗੀ ਸਟੇਬਲ ਨਹੀਂ ਚੱਲ ਸਕਦੀ ਬੰਦੇ ਦੀ। ਤੇ ਜਿਹੜੀ ਗੱਲ ਉਹਨਾਂ ਕੀਤੀ, ਕਹਿੰਦੇ ਗੁਰੂ ਨਾਨਕ ਬਾਬਾ ਇੱਕ ਐਸੀ ਟੈਕਨੋਲੋਜੀ ਦੇ ਕੇ ਗਏ ਸੀ ਦੁਨੀਆ ਨੂੰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੇ ਟੈਕਨੋਲੋਜੀ ਰੂਪ ਵਿੱਚ ਸੀ ਹੈ। ਜਿਸ ਤਰ੍ਹਾਂ ਅੱਜ ਅਸੀਂ ਕਹਿੰਦੇ ਹਾਂ ਕਿ ਟੈਕਨੋਲੋਜੀ ਬੜੀ ਫਾਸਟ ਹੋ ਗਈ ਹੈ, ਅਸੀਂ ਇੱਥੇ ਬੈਠੇ ਹਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਲ ਜਾ ਰਹੀ ਹੈ। ਉਹ ਟੈਕਨੋਲੋਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ, ਗੁਰਬਾਣੀ ਦੇ ਰੂਪ ਵਿੱਚ ਸਮੁੱਚੀ ਮਨੁੱਖਤਾ ਨੂੰ ਦੇ ਕੇ ਗਏ ਸਨ। ਤੇ ਜਿਹਦੀ ਚਾਰੇ ਦਰਵਾਜ਼ੇ ਖੁੱਲ੍ਹੇ ਰੱਖ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਕੀਤੀ ਸੀ ਕਿ ਸਭੇ ਸਾਂਝੀ ਵਾਲ ਸਧਾਇਨ ਤੂੰ ਕਿਸੇ ਨਾ ਦਿਸੇ ਬਾਰਾ ਜੀ। ਸਭੇ ਸਾਂਝੀ ਵਾਲਤਾ ਦਾ ਉਪਦੇਸ਼ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਨਿਕਲਿਆ ਸੀ। ਹੁਣ ਇਹ ਉਪਦੇਸ਼ ਉਹਨਾਂ ਪਹਾੜੀਆਂ ਨੂੰ ਚੰਗਾ ਨਹੀਂ ਲੱਗਦਾ, ਇਹ ਉਪਦੇਸ਼ ਔਰੰਗਜ਼ੇਬ ਨੂੰ ਚੰਗਾ ਨਹੀਂ ਲੱਗਦਾ, ਇਹ ਉਪਦੇਸ਼ ਰੰਗੜਾਂ ਨੂੰ ਚੰਗਾ ਨਹੀਂ ਲੱਗਦਾ, ਇਹ ਉਪਦੇਸ਼ ਜਿਹੜੇ ਗੁੱਜਰ ਸਨ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇਹ ਸਾਰੇ ਦੇ ਸਾਰੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਘਰ ਦੀ ਵਡਿਆਈ ਚੰਗੀ ਨਹੀਂ ਲੱਗਦੀ, ਮਨੁੱਖਤਾ ਦੇ ਭਾਈਚਾਰੇ ਦੀ ਗੱਲ ਚੰਗੀ ਨਹੀਂ ਲੱਗਦੀ, ਜਿਹੜੇ ਸਮਾਜ ਨੂੰ ਇਕਜੁੱਟ ਨਹੀਂ ਹੋਣ ਦੇਣਾ ਚਾਹੁੰਦੇ, ਜਿਹੜੇ ਮਨੁੱਖੀ ਅਧਿਕਾਰਾਂ ਦੀ ਕਦੇ ਗੱਲ ਨਹੀਂ ਕਰਨ ਦੇਣਾ ਚਾਹੁੰਦੇ, ਕਿਉਂਕਿ ਉਹ ਚਾਹੁੰਦੇ ਸਨ ਕਿ ਅਸੀਂ ਉਹਨਾਂ ਦੇ ਉੱਤੇ ਆਪ ਆਪਣਾ ਗਲਵਾ ਰੱਖ ਕੇ ਤੇ ਦੁਨੀਆ ਦੇ ਵਿੱਚ ਊਂਚ ਨੀਚ ਦੇ ਜਿਹੜੇ ਸਿਸਟਮ ਸਨ, ਜਿਹੜਾ ਵਰਨ ਵੰਡ ਦਾ ਸਿਸਟਮ ਸੀ, ਉਸ ਨੂੰ ਬਰਕਰਾਰ ਰੱਖੀਏ। ਉਹਨਾਂ ਲੋਕਾਂ ਨੂੰ ਬੜੀ ਤਕਲੀਫ ਸੀ। ਆਨੰਦਪੁਰ ਰੜਕਦਾ ਸੀ ਉਹਨਾਂ ਦੀ ਨਿਗਾਹ ਦੇ ਵਿੱਚ। ਆਨੰਦਪੁਰ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਔਰ ਸੋਚ ਬਣਾਈ ਕਿ ਅੱਜ ਇਸ ਘਰ ਨੂੰ ਬੰਦ ਕੀਤਾ ਜਾਏ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ 14 ਜੰਗਾਂ ਲੜਨੀਆਂ ਪਈਆਂ ਔਰ 14 ਦੀਆਂ 14 ਜੰਗਾਂ ਦੇ ਵਿੱਚ ਤੁਸੀਂ ਦੇਖ ਲਿਓ ਇਤਿਹਾਸ ਦੇ ਪੰਨੇ ਪੜ੍ਹ ਕੇ, ਸਤਿਗੁਰੂ ਜੀ ਪਹਿਲਾਂ ਚੜ੍ਹ ਕੇ ਕਿਤੇ ਵੀ ਨਹੀਂ ਗਏ। ਨਾ ਕੋਈ ਜਰ, ਨਾ ਜੋਰੂ, ਨਾ ਕਿਸੇ ਹੋਰ ਚੀਜ਼, ਕਿਸੇ ਜ਼ਮੀਨ ਜਾਇਦਾਦ ਦੀ ਕੋਈ ਜੰਗ ਸੀ। ਇਹ ਜੰਗ ਕੇਵਲ ਮਨੁੱਖੀ ਹੱਕਾਂ ਦੀ ਸੀ, ਹਿਊਮਨ ਰਾਈਟਸ ਦੀ ਸੀ। ਅੱਜ ਅਸੀਂ ਆਪਣੀ ਗੱਲ ਦੁਨੀਆ ਨਾਲ ਸਾਂਝੀ ਨਹੀਂ ਕਰ ਪਾਏ, ਯਾਦ ਰੱਖਿਓ। ਅੱਜ ਆਪਣੀ ਗੱਲ ਦੁਨੀਆ ਨਾਲ ਅਸੀਂ ਦੱਸ ਨਹੀਂ ਪਾਏ, ਕਿਉਂ ਕਿ ਅਸੀਂ ਆਪ ਵੀ ਇਸ ਗੱਲ ਨੂੰ, ਇਸ ਸਿਧਾਂਤ ਨੂੰ ਸਮਝਣ ਦੀ ਚੇਸ਼ਟਾ ਨਹੀਂ ਕੀਤੀ। ਅੱਜ ਸਾਡੇ ਖੁੱਲ੍ਹੇ ਦੀਵਾਨਾਂ ਦੇ ਵਿੱਚ ਵਿਚਾਰ ਚਰਚਾ ਮੁੱਕ ਗਈ। ਅਸੀਂ ਗੁਰੂ ਨਾਨਕ ਦੇ ਘਰ ਨੂੰ ਜੋ ਡੈਮੋਕ੍ਰੈਟਿਕ ਢੰਗ ਦੁਨੀਆ ਵਿੱਚ ਲੈ ਕੇ ਆਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਪੜ੍ਹਦੇ ਹਾਂ ਨਾ ਆਪਾਂ। ਬਾਬਾ ਬੰਦਾ ਸਿੰਘ ਬਹਾਦਰ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ ਡੈਮੋਕ੍ਰੇਸੀ ਕਾਇਮ ਕਰਨ ਵਾਲੇ ਹਨ। ਵੱਖਰੀ ਗੱਲ ਹੈ ਕਿ ਭਾਈ ਕਨ੍ਹਈਆ ਜੀ, ਜੋ ਉਹਨਾਂ ਨੇ ਦੁਨੀਆ ਦੇ ਵਿੱਚ ਰੈੱਡ ਕਰਾਸ ਸੁਸਾਇਟੀ ਦਾ ਅੱਜ ਆਪਾਂ ਜ਼ਿਕਰ ਪੜ੍ਹਦੇ ਹਾਂ ਕਿ ਰੈੱਡ ਕਰਾਸ ਸੁਸਾਇਟੀ ਇੱਕ ਐਸੀ ਸੁਸਾਇਟੀ ਹੈ ਜਿਹੜੀ ਹਰ ਜਗ੍ਹਾ ਜਾ ਕੇ ਸੇਵਾ ਕਰ ਰਹੀ ਹੈ, ਜੰਗ ਦੇ ਮੈਦਾਨ ਵਿੱਚ ਵੀ ਸੇਵਾ ਕਰਦੀ ਹੈ, ਜਿਹੜੀ ਜਿੱਥੇ ਤਰਾਸਦੀ ਆਉਂਦੀ ਹੈ ਉੱਥੇ ਵੀ ਸੇਵਾ ਕਰਦੀ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਉਹ ਰੈੱਡ ਕਰਾਸ ਸੁਸਾਇਟੀ ਗੁਰੂ ਨਾਨਕ ਦੇ ਘਰ ਦੀ ਦੇਣ ਹੈ। ਯਾਦ ਰੱਖਿਓ, ਭਾਈ ਕਨ੍ਹਈਆ ਜੀ ਨੇ ਸਾਨੂੰ ਉਹ ਰੈੱਡ ਕਰਾਸ ਸੁਸਾਇਟੀ ਦਿੱਤੀ ਸੀ ਜਿਹੜੀ ਦੁਨੀਆ ਦੇ ਵਿੱਚ ਮਾਨਵਤਾ ਨੂੰ ਇੱਕ ਜੈਸਾ ਵੇਖਦੀ ਸੀ। ਇਹ ਸਾਰਾ ਕੁਝ ਨਹੀਂ ਸੀ ਜੀ ਚੰਗਾ ਲੱਗਦਾ, ਕਿਸੇ ਨੂੰ ਚੰਗਾ ਨਹੀਂ ਲੱਗਿਆ। ਆਖਰ ਕੋਸ਼ਿਸ਼ ਕੀਤੀ ਕਿ ਇਸ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ ਬੰਦ ਕੀਤਾ ਜਾਏ, ਇਸ ਆਵਾਜ਼ ਨੂੰ ਦਫਨ ਕਰਨ ਦਾ ਯਤਨ ਕਰੀਏ। ਸਾਰੇ ਇਕੱਤਰ ਹੋਏ, ਸਾਰੇ ਇਕੱਠੇ ਹੋ ਕੇ ਤੇ ਆਨੰਦਪੁਰ ਸਾਹਿਬ ਨੂੰ ਘੇਰੇ ਪਾਣੇ ਸ਼ੁਰੂ ਕਰ ਦਿੱਤੇ। ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਘੇਰੇ ਪੈਣੇ ਸ਼ੁਰੂ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਗੜ੍ਹ ਦੇ ਕਿਲ੍ਹੇ ਦੇ ਵਿੱਚ, ਮੈਂ ਬੜਾ ਸੰਖੇਪ 'ਚ ਇਤਿਹਾਸ ਨੂੰ ਲੈ ਕੇ ਚੱਲ ਰਿਹਾ ਕਿਉਂਕਿ ਆਪਾਂ ਚਮਕੌਰ ਵੱਲ ਵਧਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ 6 ਤੋਂ 7 ਮਹੀਨੇ ਉਸ ਵੇਲੇ ਇਹ ਲੰਮਾ ਘੇਰਾ ਇਤਿਹਾਸ ਦੇ ਪੰਨੇ ਕਹਿੰਦੇ ਨੇ ਆਨੰਦਪੁਰ ਸਾਹਿਬ ਨੂੰ ਪਾ ਕੇ ਰੱਖਿਆ।
ਪਰ ਕੁਝ ਨਹੀਂ ਵਿਗਾੜ ਸਕੇ ਅਨੰਦਪੁਰ ਸਾਹਿਬ ਦੇ ਵਿੱਚ। ਆਖਰ ਸਹਾਰਾ ਲੈਣਾ ਪਿਆ ਝੂਠ ਦਾ ਉਹਨਾਂ ਨੂੰ। ਸਤਿਗੁਰੂ ਜੀ ਨੂੰ ਜਦੋਂ ਵੇਖਿਆ ਉਹਨਾਂ ਦੀ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਸਿੱਖ ਸੀ ਨਾ, ਉਹ ਸੰਤ ਤੇ ਸਿਪਾਹੀ ਸੀ, ਯਾਦ ਰੱਖਿਓ। ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫੌਜਾਂ ਦੇ ਵਿੱਚ ਆ ਕੇ ਜਿਹੜੇ ਫੌਜਦਾਰੀ ਕਰਦੇ ਸਨ, ਜਿਹੜੇ ਸੈਨਿਕ ਸਨ, ਉਹ ਗੁਰੂ ਦੇ ਸਿੱਖ ਸਨ। ਔਰ ਜਿਹੜੀਆਂ ਫੌਜਾਂ ਮੁਗਲਾਂ ਦੇ ਕੋਲ ਸਨ, ਪਹਾੜੀਆਂ ਦੇ ਕੋਲ ਸਨ, ਰੰਗੜਾਂ ਦੇ ਕੋਲ ਸਨ, ਇਹ ਕੇਵਲ ਤੇ ਕੇਵਲ ਉਹ ਲੋਕ ਸਨ ਜਿਹੜੇ ਤਨਖਾਹਦਾਰ ਸਨ। ਇਹਨਾਂ ਦੀਆਂ ਫੌਜਾਂ ਜਵਾਬ ਦੇ ਗਈਆਂ ਕਿ 6 ਤੋਂ 7 ਮਹੀਨੇ ਹੋ ਗਏ ਠੰਡ ਗਰਮੀ ਸਾਨੂੰ ਸਹਾਰਦਿਆਂ, ਅਸੀਂ ਅਨੰਦਪੁਰ ਸਾਹਿਬ ਖਾਲੀ ਨਹੀਂ ਕਰਵਾ ਪਾਏ। ਪੈਂਤਰਾ ਬਦਲਿਆ, ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਹੁਣ ਇਹ ਅਨੰਦਪੁਰ ਸਾਹਿਬ ਦਾ ਇਹ ਕਿਲ੍ਹਾ, ਆਨੰਦਗੜ੍ਹ ਦਾ ਕਿਲ੍ਹੇ ਨੂੰ ਖਾਲੀ ਕਰਵਾਇਆ ਜਾਏ। ਉਹਦੇ ਵਿੱਚ ਕਸਮਾਂ ਖਾਧੀਆਂ। ਜਿਹੜੇ ਸਾਡੇ ਪਹਾੜੀ ਹਿੰਦੂ ਰਾਜੇ ਸਨ, ਆਟੇ ਦੀ ਗਊ ਬਣਾ ਕੇ ਭੇਜੀ ਕਿ ਅਸੀਂ ਆਪਣੇ ਇਸ ਗਊ ਦੀ ਸੁਗੰਧ ਖਾ ਕੇ ਤੁਹਾਨੂੰ ਕਹਿੰਦੇ ਹਾਂ ਕਿ ਇੱਕ ਵਾਰ ਕਿਲ੍ਹਾ ਛੱਡ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ। ਕੁਰਾਨ ਸ਼ਰੀਫ ਦੇ ਉਸ ਪੰਨੇ ਦੇ ਉੱਤੇ ਲਿਖਵਾ ਕੇ ਭੇਜਿਆ ਗਿਆ ਕਿ ਇੱਕ ਵਾਰ ਤੁਸੀਂ ਕਿਲ੍ਹਾ ਖਾਲੀ ਕਰ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ। ਬਾਰੇ ਜਾਵਾਂ ਮੈਂ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੋਂ, ਜਿਨ੍ਹਾਂ ਨੇ ਆਪ ਆਪਣੇ ਧਰਮ ਈਸਟ, ਆਪਣੇ ਧਰਮ ਗ੍ਰੰਥ ਦੀ ਲਾਜ ਨਹੀਂ ਰੱਖੀ, ਤੁਸੀਂ ਉਹਨਾਂ ਦੀ ਵੀ ਲਾਜ ਆਪ ਰੱਖ ਲਈ ਹੈ। ਪਤਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿ ਇਹ ਲੋਕ ਜਿਹੜੇ ਨੇ ਵਾਅਦੇ ਤੋਂ ਮੁੱਕਰ ਜਾਣਗੇ, ਇਹ ਵਾਅਦਾ ਨਹੀਂ ਨਿਭਾ ਸਕਦੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਧਰਮ ਦੀ ਲਾਜ ਵੀ ਰੱਖੀ ਕਿ ਜੇ ਆਪਣੇ ਧਰਮ ਗ੍ਰੰਥ ਦੀ ਇੱਕ ਕਸਮ ਖਾ ਕੇ ਸਾਨੂੰ ਕਹਿ ਰਹੇ ਨੇ ਤੇ ਅਸੀਂ ਇਹਨਾਂ ਦੇ ਧਰਮ ਦੀ ਵੀ ਲਾਜ ਰੱਖਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 6 ਤੋਂ 7 ਪੋਹ ਦੇ ਜਿਹੜੇ ਦਰਮਿਆਨ ਦੀ ਰਾਤ ਸੀ ਨਾ, ਆਨੰਦਗੜ੍ਹ ਦੇ ਕਿਲ੍ਹੇ ਨੂੰ ਖਾਲੀ ਕਰਨ ਦਾ ਇੱਕ ਪ੍ਰੋਗਰਾਮ ਬਣਾਇਆ। ਸਤਿਗੁਰ ਸੱਚੇ ਪਾਤਸ਼ਾਹ ਜਦੋਂ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰ ਰਹੇ ਸੀ, ਜੱਥਿਆਂ ਦੇ ਰੂਪ ਦੇ ਵਿੱਚੋਂ ਨਿਕਲਦੇ ਨੇ। ਮੈਂ ਸੰਖੇਪ 'ਚ ਲੈ ਕੇ ਚੱਲਣ ਲੱਗਾ ਇਤਿਹਾਸ ਨੂੰ, ਕਿਉਂਕਿ ਲੰਮਾ ਇਤਿਹਾਸ ਹੈ, ਸਮਾਂ ਸਾਡੇ ਕੋਲ ਘੱਟ ਹੁੰਦਾ ਹੈ। ਵੱਖ-ਵੱਖ ਜਥੇਦਾਰੀਆਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ। ਪਹਿਲਾ ਪੜਾਓ ਸਿੱਖਾਂ ਨੂੰ ਇਹ ਗੱਲ ਕਿਹਾ, ਕਿਉਂਕਿ 500 ਦੇ ਸਿੰਘ ਜਿਹੜੇ ਉਸ ਵੇਲੇ ਆਨੰਦਗੜ੍ਹ ਦੇ ਕਿਲ੍ਹੇ ਦੇ ਅੰਦਰ ਸਨ। ਬਾਕੀ ਸਤਿਗੁਰੂ ਜੀ ਨੇ ਜਿਹੜੇ ਪਰਿਵਾਰਾਂ ਵਾਲੇ ਸਨ ਉਹਨਾਂ ਨੂੰ ਭੇਜ ਦਿੱਤਾ ਸੀ ਪਹਿਲਾਂ। ਸ਼ਾਹੀ ਟਿੱਬੀ ਤੇ ਜਿੱਥੇ ਅੱਜ ਆਪਾਂ ਇੱਕ ਆਲੀਸ਼ਾਨ ਗੁਰਦੁਆਰਾ ਬਣਾ ਕੇ ਬੈਠੇ ਹਨ ਸ਼ਹੀਦਾਂ ਦੀ ਯਾਦ ਵਿੱਚ, ਉਸ ਜਗ੍ਹਾ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਪੜਾਅ ਸਿੱਖਾਂ ਨੂੰ ਇਹ ਗੱਲ ਕਹੀ ਕਿ ਅਸੀਂ ਸਾਰਿਆਂ ਨੇ ਸ਼ਾਹੀ ਟਿੱਬੀ ਤੱਕ ਪਹੁੰਚਣਾ ਹੈ। ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚੇ ਨੇ, ਸਾਰੇ ਸਿੱਖ ਪੁੱਜਣੇ ਸ਼ੁਰੂ ਹੋਏ ਨੇ। ਪਿੱਛੋਂ ਖਬਰ ਆਈ ਕਿ ਪਹਾੜੀਆਂ ਨੇ ਆਪਣੀ ਕਸਮਾਂ ਤੋੜ ਦਿੱਤੀਆਂ ਨੇ, ਉਹਨਾਂ ਦੀਆਂ ਫੌਜਾਂ ਸਾਡਾ ਪਿੱਛਾ ਕਰਨਾ ਸ਼ੁਰੂ ਕਰ ਦਿੱਤੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਨੇ 50 ਸਿੰਘਾਂ ਦਾ ਜੱਥਾ ਉੱਥੇ ਛੱਡ ਕੇ ਤੇ ਆਪ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਵਧੇ ਨੇ ਤੇ ਸਰਸਾ ਨਦੀ ਦੇ ਕੰਢੇ ਤੱਕ ਪਹੁੰਚੇ ਨੇ। ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜੀ, ਜਿੱਥੇ ਅਸੀਂ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਪੜ੍ਹਦੇ ਹਾਂ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਸਰਸਾ ਨਦੀ ਦੇ ਕੰਢੇ ਦੇ ਉੱਤੇ ਪਹੁੰਚੇ ਨੇ, ਇਤਿਹਾਸਕਾਰ ਲਿਖਦੇ ਹਨ ਕਿ ਉਸ ਵੇਲੇ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਸੀ। ਪਿੱਛੇ ਜੰਗ ਚੱਲ ਰਹੀ ਹੈ, ਲਹੂ ਡੋਲਵੀਂ ਜੰਗ ਚੱਲ ਰਹੀ ਹੈ, ਪਰ ਸਰਸਾ ਨਦੀ ਦੇ ਕੰਢੇ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਅੱਲਾ ਯਾਰ ਖਾਂ ਜੋਗੀ ਨੇ ਗਵਾਹੀ ਭਰੀ ਇਸ ਗੱਲ ਦੀ ਕਿ ਸਤਿਗੁਰੂ ਜੀ ਨੇ ਉੱਥੇ ਨਿਤਨੇਮ ਵੀ ਕੀਤਾ ਹੈ ਔਰ ਆਸਾ ਦੀ ਵਾਰ ਦਾ ਕੀਰਤਨ ਵੀ, ਉਸ ਜਿੱਥੇ ਪਰਿਵਾਰ ਵਿਛੋੜਾ ਅੱਜ ਗੁਰਦੁਆਰਾ ਹੈ ਸਰਸਾ ਨਦੀ ਦੇ ਕੰਢੇ ਤੇ, ਉੱਥੇ ਸਤਿਗੁਰੂ ਜੀ ਨੇ ਕੀਤਾ ਹੈ। ਕੀ ਦੱਸਣਾ ਚਾਹੁੰਦੇ ਸਨ ਸਤਿਗੁਰੂ ਜੀ ਕਿ ਭਲਿਆ ਤੇਰੇ ਜੇ ਜੰਗ ਵੀ ਲੱਗੀ ਹੋਵੇ ਨਾ ਤੇਰੇ ਘਰ ਵਿੱਚ, ਤੇਰੇ ਪਿੱਛੇ ਫੌਜ ਵੀ ਪਈ ਹੋਵੇ, ਮੌਤ ਵੀ ਤੇਰਾ ਪਿੱਛਾ ਕਰ ਰਹੀ ਹੋਵੇ, ਤੇਰਾ ਨਾਤਾ ਬਾਣੀ ਦੇ ਨਾਲੋਂ ਨਹੀਂ ਟੁੱਟਣਾ ਚਾਹੀਦਾ। 100 ਸਿੰਘਾਂ ਦਾ ਜੱਥਾ ਲੜਦਿਆਂ ਲੜਦਿਆਂ ਭਾਈ ਜੈਤਾ ਜੀ, ਜਿਹੜੇ ਰੰਗਰੇਟਾ ਗੁਰੂ ਦਾ ਬੇਟਾ ਸੀ ਨਾ, ਸ਼ਹਾਦਤ ਦਾ ਜਾਮ ਪਾ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਸਰਸਾ ਨਦੀ ਦਾ ਜਦੋਂ ਉਹ ਜਿਹੜਾ ਹੜ੍ਹ ਪਾਰ ਕੀਤਾ ਹੈ ਨਾ, ਉਸ ਹੜ੍ਹ ਨੂੰ ਪਾਰ ਕਰਦਿਆਂ ਬੜੇ ਕੀਮਤੀ ਸਰਮਾਏ ਗੁਰੂ ਨਾਨਕ ਦੇ ਘਰ ਦੇ ਉਹਦੇ ਵਿੱਚ ਉਸ ਸਰਸਾ ਨਦੀ ਦੀ ਭੇਟ ਚੜ੍ਹ ਜਾਂਦੇ ਨੇ। ਸਿੱਖ ਵਿਛੜ ਜਾਂਦੇ ਨੇ, ਪਰਿਵਾਰ ਦੇ 3 ਹਿੱਸੇ ਹੋ ਜਾਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਰਸਾ ਨਦੀ ਨੂੰ ਪਾਰ ਕੀਤਾ। ਭਾਈ ਬਚਿੱਤਰ ਸਿੰਘ ਦੀ ਡਿਊਟੀ ਲਾਈ ਹੈ, ਕਿਉਂਕਿ ਮਲਕ ਇਹ ਝੱਖੀਆਂ ਪਿੰਡ ਦੀ ਜੂਹ ਜਿਹੜੀ ਹੈ ਉਰਲਾ ਕੰਢਾ ਹੈ ਤੇ ਜਿਹੜਾ ਪਰਲਾ ਕੰਢਾ ਜਿਹੜਾ ਅਸੀਂ ਦੇਖਦੇ ਹਾਂ ਸਰਸਾ ਨਦੀ ਦਾ, ਉਹ ਮਲਕ ਕੋਲ ਰੰਗੜਾਂ ਵਾਲਾ ਜਿਹੜਾ ਪਾਸਾ ਸੀ ਉਧਰੋਂ ਆਉਂਦਾ ਸੀ, ਉਹ ਵਾਲਾ ਆ ਜਾਂਦੀ ਸਾਈਡ।
ਸਾਰੇ ਪਾਸਿਓਂ ਫੌਜਾਂ ਆ ਰਹੀਆਂ ਨੇ, ਰੰਗੜਾਂ ਦੀ ਫੌਜ ਆ ਰਹੀ ਹੈ, ਸ਼ਾਹੀ ਫੌਜਾਂ ਆਉਣੀਆਂ ਸ਼ੁਰੂ ਹੋ ਗਈਆਂ। ਨਾਜ਼ਮ ਜਿਹੜਾ ਸੀ ਨਾ ਸਰਹੰਦ ਦਾ, ਉਹ ਵੀ ਆਪਣੀਆਂ ਫੌਜਾਂ ਲੈ ਕੇ ਆ ਗਿਆ। ਲਾਹੌਰ ਦੀਆਂ ਫੌਜਾਂ ਆਈਆਂ, ਸ਼੍ਰੀਨਗਰ ਦੀਆਂ ਫੌਜਾਂ ਆਈਆਂ। ਇਹ ਸਾਰੀਆਂ ਫੌਜਾਂ ਘੇਰਾ ਪਾ ਰਹੀਆਂ ਨੇ ਅਤੇ ਸਤਿਗੁਰੂ ਜੀ ਉਸ ਸਫ਼ਰ ਦੇ ਵਿੱਚ ਹਨ। ਜਿਹੜੀ ਰਾਤ ਆਪਾਂ ਅੱਜ ਸੋ ਕੇ ਗਵਾਈ ਹੈ ਨਾ, ਯਾਦ ਰੱਖਿਓ। ਪਹਿਲੀ ਗੱਲ ਤਾਂ ਜਿਹੜੀ 6 ਤੋਂ 7 ਪੋਹ ਦੀ ਰਾਤ ਸੀ ਨਾ, ਇਸ ਰਾਤ ਦੇ ਵਿੱਚ ਸਤਿਗੁਰੂ ਜੀ ਨੇ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕੀਤਾ ਸੀ। ਅਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ 7 ਪੋਹ ਦੀ ਸਵੇਰ ਨੂੰ ਅੰਮ੍ਰਿਤ ਵੇਲੇ ਦੇ ਕੀਰਤਨ ਕਰਕੇ ਆਸਾ ਦੀ ਵਾਰ ਦੇ ਅਤੇ ਸਤਿਗੁਰੂ ਜੀ ਨੇ ਸਰਸਾ ਨਦੀ ਪਾਰ ਕੀਤੀ ਹੈ ਅਤੇ ਭਾਈ ਬਚਿੱਤਰ ਸਿੰਘ ਦੀ ਅਗਵਾਈ ਵਿੱਚ 100 ਸਿੰਘਾਂ ਦਾ ਜੱਥਾ ਉੱਥੇ ਰੱਖਿਆ ਪਰਲੇ ਪਾਸੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਨਿਹੰਗ ਖਾਂ ਕੋਟਲਾ ਦੇ ਘਰ ਚਲੇ ਜਾਂਦੇ ਨੇ। ਇਤਿਹਾਸ ਦੇ ਪੰਨਿਆਂ ਵਿੱਚ ਪੜ੍ਹ ਕੇ ਦੇਖਿਓ। ਇੱਥੇ ਮੈਂ ਇੱਕ ਘਟਨਾ ਦਾ ਜ਼ਿਕਰ ਹੋਰ ਕਰਨਾ। ਕੋਟਲਾ ਨਿਹੰਗ ਖਾਂ ਦੇ ਘਰ ਜਾਂਦੇ ਨੇ ਅਤੇ ਪਿੱਛੇ ਇਹ ਗੱਲ ਕਹਿ ਕੇ ਜਾਂਦੇ ਨੇ ਕਿ ਵੱਡੇ ਸਾਹਿਬਜ਼ਾਦੇ ਆਉਂਦੇ ਨੇ ਅਤੇ ਉਹਨਾਂ ਨੂੰ ਵੀ ਨਿਹੰਗ ਖਾਂ ਦੇ ਘਰ ਭੇਜਿਓ। ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਕੋਟਲਾ ਨਿਹੰਗ ਖਾਂ ਦੇ ਘਰ ਪਹੁੰਚਦੇ ਨੇ ਅਤੇ ਪਿੱਛੇ ਵੱਡੇ ਸਾਹਿਬਜ਼ਾਦੇ, ਕਿਉਂਕਿ ਸਤਿਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਕਿਤੇ ਬਚਾ ਕੇ ਆਪਣੇ ਸੀਨੇ ਨਾਲ ਲਾ ਕੇ ਨਹੀਂ ਰੱਖਿਆ, ਸਭ ਤੋਂ ਪਿੱਛੇ ਜਿਹੜੀ ਅਗਵਾਈ ਕਰ ਰਹੇ ਸਨ ਉਹ ਵੱਡੇ ਸਾਹਿਬਜ਼ਾਦੇ ਕਰ ਰਹੇ ਸਨ। ਪਰਿਵਾਰ ਦੇ ਹਿੱਸੇ ਹੋ ਗਏ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਇੱਕ ਅਲੱਗ ਰਾਹ 'ਤੇ ਪੈ ਗਏ। ਰਸੋਈਆ ਗੰਗੂ ਉਹਨਾਂ ਨੂੰ ਨਾਲ ਲੈ ਕੇ ਤੁਰ ਪਿਆ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦਿੱਲੀ ਵਾਲੇ ਪਾਸੇ ਨੂੰ ਚਲੇ ਪਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰਸਾ ਨਦੀ ਨੂੰ ਪਾਰ ਕੀਤਾ ਅਤੇ ਆਪ ਸਤਿਗੁਰੂ ਜੀ ਕੋਟਲਾ ਨਿਹੰਗ ਖਾਂ ਦੇ ਘਰ ਗਏ ਨੇ। ਇਹ ਇਤਿਹਾਸ ਅੱਜ ਵੀ ਇਹ ਗੱਲ ਸਾਨੂੰ ਕਹਿੰਦਾ ਕਿ ਸਤਿਗੁਰੂ ਜੀ ਨੇ 2-4 ਘੰਟੇ ਦਾ ਜਿਹੜਾ ਆਰਾਮ ਹੈ ਉੱਥੇ ਕੀਤਾ ਹੈ। ਜਿਸ ਵੇਲੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਜਦੋਂ ਉਹਨਾਂ ਨੇ ਬਾਬਾ ਜੁਝਾਰ ਸਿੰਘ ਅਤੇ ਬਾਬਾ ਅਜੀਤ ਸਿੰਘ ਨੇ ਜਦੋਂ ਸਰਸਾ ਨਦੀ ਪਾਰ ਕੀਤੀ ਹੈ ਨਾ, ਅਤੇ ਕੀ ਵੇਖਿਆ ਕਿ 100 ਸਿੰਘਾਂ ਦਾ ਫਿਰ ਅੱਗੇ ਇੱਕ ਸੱਥਰ ਵਿਛਿਆ ਹੋਇਆ ਅਤੇ ਸਹਿਕ ਰਹੇ ਸਨ ਭਾਈ ਬਚਿੱਤਰ ਸਿੰਘ ਜੀ। ਬਾਬਾ ਅਜੀਤ ਸਿੰਘ ਨੇ ਆਪਣੇ ਘੋੜੇ 'ਤੇ ਉਹਨਾਂ ਨੂੰ ਰੱਖਿਆ ਅਤੇ ਨਿਹੰਗ ਖਾਂ ਕੋਟਲਾ ਦੇ ਘਰ ਲੈ ਕੇ ਆ ਜਾਂਦੇ ਨੇ। ਉੱਥੇ ਹਕੀਮ ਬੁਲਾਏ ਗਏ, ਫੱਟ ਬੰਨ੍ਹੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਸਮਾਂ ਉੱਥੇ ਰਿਹਾ। ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ 40 ਸਿੰਘ ਉਸ ਵੇਲੇ ਇਕੱਤਰ ਹੋ ਚੁੱਕੇ ਸਨ। ਸ਼ਾਮ ਦੇ ਜਦੋਂ ਸ਼ਾਮਾਂ ਪੈਣ ਤੋਂ ਪਹਿਲਾਂ ਆਲਮ ਖਾਂ, ਉਸ ਨਿਹੰਗ ਖਾਂ ਦਾ ਪੁੱਤਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਬੂੜ ਮਾਜਰਾ, ਬ੍ਰਾਹਮਣ ਮਾਜਰਾ ਤੋਂ ਹੁੰਦਿਆਂ ਹੋਇਆਂ ਚਮਕੌਰ ਦੀ ਗੜੀ ਤੱਕ ਆਉਣਾ ਸੀ। ਪਰ ਭਾਈ ਬਚਿੱਤਰ ਸਿੰਘ ਨੂੰ ਉੱਥੇ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਸਰੀਰ ਚੁੱਕਣ ਦੇ ਲਾਇਕ ਨਹੀਂ ਸੀ। ਇੱਕ ਕੋਠੜੀ ਦੇ ਵਿੱਚ ਭਾਈ ਬਚਿੱਤਰ ਸਿੰਘ ਦਾ ਸਰੀਰ ਪਿਆ ਹੋਇਆ ਸੀ ਅਤੇ ਉਸ ਦੀ ਧੀ ਬੀਬੀ ਮੁਮਤਾਜ਼, ਜਿਹਦਾ ਇਤਿਹਾਸ ਦੇ ਪੰਨਿਆਂ ਵਿੱਚ ਜ਼ਿਕਰ ਆਉਂਦਾ, ਮੈਂ ਖਾਸ ਕਰਕੇ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਜ਼ਿਕਰ ਕਰਨ ਲੱਗਾ ਕਿ ਉਹ ਬੀਬੀ ਮੁਮਤਾਜ਼ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਸੀ ਅਤੇ ਸ਼ਾਮ ਨੂੰ ਹਕੂਮਤ ਨੂੰ ਇਹ ਸੂਹ ਮਿਲੀ ਅਤੇ ਉਸ ਇਲਾਕੇ ਦਾ ਚੌਧਰੀ ਜਾਫਰ ਅਲੀ ਜਿਹੜਾ ਸੀ, ਉਸਨੇ ਨਾਲ ਹਕੂਮਤ ਦੇ ਬੰਦੇ ਲੈ ਕੇ, ਫੌਜੀ ਲੈ ਕੇ, ਅਤੇ ਉਸ ਆਲਮ ਕੋਟਲਾ ਨਿਹੰਗ ਖਾਂ ਦੇ ਘਰ ਨੂੰ ਘੇਰ ਲਿਆ ਹੈ। ਕੋਟਲਾ ਨਿਹੰਗ ਖਾਂ ਦਾ ਜਦੋਂ ਘਰ ਘੇਰਿਆ ਅਤੇ ਘਰ ਦੀ ਤਲਾਸ਼ੀ ਸ਼ੁਰੂ ਕੀਤੀ ਕਿ ਭਾਈ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਸਿੰਘ ਆ ਕੇ ਰੁਕੇ, ਇਹ ਇਤਲਾਹ ਸਾਨੂੰ ਮਿਲੀ ਹੈ। ਜਦੋਂ ਘਰ ਦੀ ਤਲਾਸ਼ੀ ਲਿੱਤੀ ਅਤੇ ਅਖੀਰ ਦੇ ਵਿੱਚ ਜਿਹੜਾ ਕਮਰਾ ਸੀ ਨਾ, ਜਿੱਥੇ ਭਾਈ ਬਚਿੱਤਰ ਸਿੰਘ, ਜਿਹੜਾ ਉਹ ਕੋਠੀ ਸੀ ਜਿੱਥੇ, ਅਤੇ ਜਦੋਂ ਉੱਥੇ ਅੰਦਰ ਜਾ ਕੇ ਵੇਖਿਆ ਅਤੇ ਰਜ਼ਾਈ ਕੱਪੜੇ ਦੇ ਵਿੱਚ ਉਹ ਪਏ ਹੋਏ ਸਨ ਅਤੇ ਕੋਲ ਬੀਬੀ ਮੁਮਤਾਜ਼ ਬੈਠੀ ਹੋਈ ਸੀ। ਅਤੇ ਜਦੋਂ ਜਾਫਰ ਅਲੀ ਨੇ ਪੁੱਛਿਆ ਇਹ ਕੌਣ ਹਨ, ਅਤੇ ਉਸ ਨਿਹੰਗ ਖਾਂ ਨੇ ਇੱਕ ਗੱਲ ਆਖੀ, ਕਹਿਣ ਲੱਗੇ ਇਹ ਮੇਰੀ ਧੀ ਅਤੇ ਜਵਾਈ ਹਨ। ਇਹ ਬੋਲ ਜਿਹੜੇ ਸਨ ਜਿਸ ਵੇਲੇ ਬੀਬੀ ਮੁਮਤਾਜ਼ ਦੇ ਕੰਨਾਂ ਦੇ ਵਿੱਚ ਪਏ ਨਾ, ਅਤੇ ਬੀਬੀ ਮੁਮਤਾਜ਼ ਨੇ ਆਪਣੇ ਮਨ ਵਿੱਚ ਉਹਨਾਂ ਨੂੰ, ਉਸ ਮਰ ਜੀਵੜੇ ਯੋਧੇ ਨੇ ਜਿਹਦੇ ਸਵਾਸ ਪਤਾ ਨਹੀਂ ਕੁਝ ਘੰਟੇ ਦੇ ਵਾਸਤੇ ਹੋਰ ਬਚੇ ਸਨ, ਆਪਣੇ ਅੰਦਰ ਇਹ ਧਾਰਨ ਕਰ ਲਿਆ ਕਿ ਜੇ ਮੇਰੇ ਪਿਤਾ ਨੇ ਮੇਰਾ ਵਿਆਹ, ਮੇਰਾ ਨਿਕਾਹ ਇਹਦੇ ਨਾਲ ਕਰ ਦਿੱਤਾ ਅਤੇ ਇਹੋ ਹੀ ਮੇਰਾ ਹੁਣ ਖਾਤੂਨ ਹੋਏਗਾ। ਅਜੇ ਕਿ ਬਸੀ ਪਠਾਨਾਂ ਦੇ ਘਰ ਉਹ ਮੰਗੀ ਹੋਈ ਸੀ ਧੀ। ਅਗਲੇ ਦਿਨ ਸਵੇਰ ਨੂੰ ਭਾਈ ਬਚਿੱਤਰ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ। ਯਾਦ ਰੱਖਿਓ, ਪਿਤਾ ਦੇ ਕਹੇ ਹੋਏ ਬਚਨ ਉਸ ਧੀ ਨੇ ਆਪਣੀ ਤਾ ਉਮਰ ਪਾਲੇ। ਪੂਰੀ ਉਮਰ ਉਹ ਬੀਬੀ ਮੁਮਤਾਜ਼ ਭਾਈ ਬਚਿੱਤਰ ਸਿੰਘ ਦੀ ਬੇਵਾ ਬਣ ਕੇ ਉਸਨੇ ਆਪਣਾ ਸਮਾਂ ਪਾਸ ਕੀਤਾ। ਅੱਜ ਪਤਾ ਕੀ ਹੁੰਦਾ, ਸਾਡੇ ਘਰ ਅਸੀਂ
ਕਿਤੇ ਪੁੱਤਰ ਧੀ ਦਾ ਕਿਤੇ ਅਸੀਂ ਰਿਸ਼ਤੇ ਕਰਨ ਦੀ ਜਦੋਂ ਵਾਰੀ ਆਉਂਦੀ ਨਾ, ਤੇ ਅਸੀਂ ਬਹੁਤ ਵਾਰੀ ਡੋਲ ਜਾਂਦੇ ਹਾਂ। ਅਸੀਂ ਪਿਤਾ ਦੇ ਬਚਨਾਂ 'ਤੇ ਵੀ ਧਿਆਨ ਨਹੀਂ ਦਿੰਦੇ, ਇੱਥੋਂ ਤੱਕ ਸਾਡੇ ਰਿਸ਼ਤੇ ਖਰਾਬ ਹੋ ਜਾਂਦੇ। ਭਰੋਸਾ ਨਹੀਂ ਹੈ ਸਾਨੂੰ ਬਚਨ, ਆਪਣੇ ਬਚਨਾਂ ਦੇ ਉੱਤੇ, ਗੁਰੂ ਦੇ ਉੱਤੇ ਅਸੀਂ ਭਰੋਸਾ ਨਹੀਂ ਕਰਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸ਼ਾਮਾਂ ਵੇਲੇ ਦਾ ਸਮਾਂ ਹੋਇਆ, ਤੇ ਜਿਹੜੀ ਬਿਧੀ ਚੰਦ ਰਾਵਤ ਦੀ ਜਿਹੜੀ ਹਵੇਲੀ ਸੀ ਨਾ, ਜਿਹਨੂੰ ਕੱਚੀ ਗੜੀ ਆਖਦੇ ਹਾਂ ਆਪਾਂ, ਉੱਥੇ ਸਿੰਘਾਂ ਦੇ ਨਾਲ ਪੁੱਜਦੇ ਨੇ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਗੜੀ ਦੇ ਕੋਲ ਪੁੱਜਦੇ, ਉਹਦੇ ਮੁੱਖ ਦੁਆਰ 'ਤੇ ਪਹੁੰਚੇ ਨਾ, ਤੇ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਪ੍ਰਿੰਸੀਪਲ ਸਵਰਨ ਸਿੰਘ ਜੀ ਨੇ ਇੱਕ ਬੜੀ ਪਿਆਰੀ ਘਟਨਾ ਦਾ ਜ਼ਿਕਰ ਕੀਤਾ। ਉਹ ਘਟਨਾ ਦਾ ਜ਼ਿਕਰ ਕਰਦੇ ਨੇ ਪ੍ਰਿੰਸੀਪਲ ਸਵਰਨ ਸਿੰਘ ਜੀ। ਉਹ ਕਹਿੰਦੇ ਨੇ ਕਿ 5-10 ਮਿੰਟ 5-7 ਮਿੰਟ ਹੋਰ ਲੱਗਣਗੇ, ਥੋੜ੍ਹਾ ਸਮਾਂ ਅੱਗੇ ਚਲਾ ਜਾਏਗਾ ਤਾਂ ਕਿ ਥੋੜ੍ਹਾ ਜਿਹਾ ਅਸੀਂ ਇਸ ਮਜ਼ਮੂਨ ਨੂੰ ਪੂਰਾ ਕਰ ਲਈਏ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਕੱਚੀ ਗੜੀ ਦੇ ਬਾਹਰ ਖੜੇ ਸਨ ਨਾ, ਤੇ ਨਾਲ ਸਿੰਘ ਖੜੇ ਸਨ, ਭਾਈ ਦਇਆ ਸਿੰਘ ਖੜੇ ਸਨ, ਸਾਹਿਬਜ਼ਾਦੇ ਖੜੇ ਸਨ। ਉਸ ਦੀਵਾਰ ਦੇ ਵਿੱਚੋਂ ਜਿਹੜੀ ਕੱਚੀ ਗੜੀ ਦੀ ਇੱਕ ਮਿੱਟੀ ਦੀ ਢੇਲੀ ਜਿਹੜੀ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਖੰਜਰ ਦੇ ਨਾਲ ਕੱਢ ਕੇ ਤੇ ਆਪਣੇ ਤਲੀ ਦੇ ਉੱਤੇ ਰੱਖੀ ਹੈ, ਔਰ ਰੱਖ ਕੇ ਮਸਲਿਆ ਜਿਸ ਵੇਲੇ ਉਹਨਾਂ ਨੇ, ਤੇ ਮਸਲਣ ਤੋਂ ਬਾਅਦ ਸਤਿਗੁਰੂ ਜੀ ਨੇ ਉਸ ਨੂੰ ਫੂਕ ਮਾਰ ਕੇ ਹਵਾ ਦੇ ਵਿੱਚ ਉਡਾ ਦਿੱਤਾ ਹੈ। ਸਿੱਖ ਵੇਖ ਰਹੇ ਨੇ, ਸਿੰਘ ਵੇਖ ਰਹੇ ਨੇ, ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ ਨੇ ਪੁੱਛਿਆ। ਭਾਈ ਦਇਆ ਸਿੰਘ ਕਹਿਣ ਲੱਗੇ, ਸਤਿਗੁਰੂ ਇਹ ਕੋਤਕ ਦੀ ਸਮਝ ਨਹੀਂ ਆਈ, ਇਹ ਤੁਸੀਂ ਇਹ ਜਿਹੜਾ ਕੋਤਕ ਵਰਤਾ ਰਹੇ ਹੋ ਸਾਨੂੰ ਇਹਦੀ ਸਮਝ ਨਹੀਂ ਆ ਰਹੀ, ਦੱਸੋ, ਸਾਨੂੰ ਖੁਲਾਸਾ ਕਰੋ। ਤੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਭਾਈ ਦਇਆ ਸਿੰਘ ਨੂੰ ਮੁਖਾਤਿਬ ਹੋ ਕੇ ਕਹਿਣ ਲੱਗੇ, ਭਾਈ ਦਇਆ ਸਿੰਘ, ਮੈਂ ਅੱਜ ਤੱਕ ਖਾਲਸੇ ਦੇ ਕੋਲੋਂ ਕਦੇ ਵੀ ਕੁਝ ਲੁਕੋ ਕੇ ਨਹੀਂ ਰੱਖਿਆ, ਜੋ ਕੁਝ ਹੈ ਮੇਰਾ ਉਹ ਸਭ ਖਾਲਸੇ ਦਾ ਹੈ। ਕਹਿੰਦੇ ਕਿ ਅੱਜ ਆਪਾਂ ਜਿਸ ਹਵੇਲੀ ਦੇ ਵਿੱਚ ਜਾ ਰਹੇ ਹਾਂ, ਜਿਸ ਕੱਚੀ ਗੜੀ ਦੇ ਵਿੱਚ ਜਾ ਰਹੇ ਹਾਂ ਨਾ, ਇਹ ਇੱਕ ਐਸੀ ਗੜੀ ਹੈ, ਇਹ ਐਸਾ ਮੈਦਾਨ ਬਣੇਗਾ ਜਿੱਥੇ ਖਾਲਸੇ ਦੀ ਜੰਗ ਦੀ ਪ੍ਰੀਖਿਆ, ਖਾਲਸੇ ਦਾ ਪੇਪਰ ਪੈਣਾ ਹੈ। ਇਹ ਕੱਚੀ ਗੜੀ ਦੇ ਵਿੱਚ ਐਸੇ ਕਾਰਨਾਮੇ ਅੱਜ ਹੋਣੇ ਨੇ ਜਿਹੜੀ ਰੂਹੇ ਕਾਇਨਾਤ ਦੇ ਵਿੱਚ ਦੂਜੀ ਇਹਦੇ ਨਾਲ ਦੀ ਗੜੀ ਨਜ਼ਰ ਨਹੀਂ ਆਏਗੀ। ਇਸ ਕੱਚੀ ਗੜੀ ਦੇ ਅੰਦਰ ਅੱਜ ਇੱਕ ਐਸੇ ਕਾਰਨਾਮੇ ਹੋਣਗੇ ਜਿਹੜੇ ਸ਼ਾਇਦ ਹੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣਗੇ। ਇੱਕ ਅਸਾਮੀ ਜੰਗ ਇੱਥੇ ਲੜੀ ਜਾਣੀ ਹੈ ਜਿੱਥੇ 1.25 ਲੱਖ ਸੇ ਏਕ ਲੜਾਊ ਦਾ ਕਨਸੈਪਟ ਸਾਹਮਣੇ ਆਵੇਗਾ। ਕਹਿੰਦੇ ਦੁਨੀਆ ਦੇ ਵੱਡੇ ਵੱਡੇ ਮਹਿਲ ਵੀ ਇਸ ਕੱਚੀ ਗੜੀ ਦੇ ਅੱਗੇ ਨਿਗੂਣੇ ਨਜ਼ਰ ਆਉਣਗੇ। ਇਸ ਕਰਕੇ ਕਹਿੰਦੇ ਮੈਂ ਇਸ ਗੜੀ ਦੀ ਅਜ਼ਮਤ ਨੂੰ ਸਲਾਮੀ ਦਿੱਤੀ ਹੈ ਕਿ ਤੂੰ ਇਤਿਹਾਸ ਦੇ ਪੰਨਿਆਂ ਦੇ ਵਿੱਚ ਤੇਰਾ ਨਾਂ ਅਮਿਟ ਰਹਿਣ ਵਾਲਾ ਹੈ। ਉਹ ਕੱਚੀ ਗੜੀ ਜਿਹਨੂੰ ਕਵੀ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, ਕਹਿਣ ਲੱਗੇ, ਜਿਸ ਖਿੱਤੇ में हम कहते थे जाना जे वही है। उस गड़ी ਦੇ ਪ੍ਰਥਾਏ ਅੱਲਾ ਯਾਰ ਖਾਂ ਜੋਗੀ ਲਿਖਦੇ ਨੇ ਕਿ ਜਿਸ ਖਿੱਤੇ में हम कहते थे आना जे वही है, कल लुट के है जिस जहाँ से जाना जे वही है। कल ਕਹਿੰਦੇ जिस जगह ਦੇ तू सब कुछ लुटा के जाना ना अपना, जिस जहाँ पे है बच्चों को कटाना जे वही है। उस गड़ी वाला इशारा करके गुरु गोबिंद सिंह पातशाह कहने लगे, मट्टी कह देती है ठिकाना जे वही है। ਇਹ ਉਹ ਠਿਕਾਣਾ ਜਿੱਥੇ ਇੱਕ ਬਹੁਤ ਵੱਡਾ ਖਾਲਸੇ ਦਾ ਇਤਿਹਾਸ ਰਚਿਆ ਜਾਵੇਗਾ। ਇਹ ਉਹ ਜਗ੍ਹਾ ਹੈ ਜਿੱਥੇ ਖਾਲਸੇ ਨੂੰ ਗੁਰਿਆਈ ਬਖਸ਼ਿਸ਼ ਕੀਤੀ ਜਾਣੀ ਹੈ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਗੜੀ ਦੇ ਵਿੱਚ ਜਦੋਂ ਜਿਹੜੇ ਹਾਲਾਤ ਸਨ ਨਾ, ਜੇ ਸਮਾਂ ਹੋਏ ਤੇ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ। ਕਵੀ ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ, ਬੜੇ ਕੀਮਤੀ ਲਫ਼ਜ਼ ਉਹਨਾਂ ਨੇ ਵਰਤੇ ਹਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਥਾਏ। ਕਹਿੰਦੇ ਨੇ ਜਿਸ ਵੇਲੇ ਉਸ ਗੜੀ ਨੂੰ ਉਹਨਾਂ ਨੇ ਨਾ ਇੱਕ ਨਕਸ਼ਾ ਹੀ ਬਦਲ ਦਿੱਤਾ, ਕਿਉਂਕਿ ਕਵੀ ਦੀ ਕਲਮ ਹੁੰਦੀ ਨਾ, ਉਹਦੇ ਮਨ ਦੀਆਂ ਭਾਵਨਾਵਾਂ ਹੁੰਦੀਆਂ ਨੇ। ਇਸ ਤਰ੍ਹਾਂ ਪ੍ਰਤੀਤ ਹੁੰਦਾ ਜਦੋਂ ਉਹ ਲਿਖਦੇ ਹਨ ਆਪਣੀਆਂ ਰਵਾਈਆਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਦੁਨੀਆ ਨਾਲ ਸਾਂਝੀਆਂ ਕੀਤੀਆਂ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਕਿ ਜਿਸ ਤਰ੍ਹਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਉਹ ਬੈਠੇ ਹੋਣ ਤੇ ਉਹਨਾਂ ਦਾ ਇੱਕ ਕੰਮ ਵੇਖ ਰਹੇ ਹੋਣ ਤੇ ਨਾਲ ਦੀ ਨਾਲ ਕਲਮ ਬੰਦ ਕਰਦੇ ਗਏ ਹੋਣ। ਇਸ ਤਰ੍ਹਾਂ ਦੀ ਉਹਨਾਂ ਦੇ ਅੰਦਰ ਦੀ ਭਾਵਨਾ ਸੀ। ਤੇ ਉਹਨਾਂ ਦੇ ਪ੍ਰਥਾਏ ਉਹ ਲਿਖਦੇ ਨੇ, ਖੇਮੇ ਕੀਏ ਉਸਤਾਦੋਂ ਵਹੀਂ ਉੱਠ ਕੇ ਕਿਸੇ ਨੇ। ਆਪਣੇ ਜਿਹੜੇ ਕਿਸੇ ਦੇ ਸਾਫੇ ਸਨ, ਕਿਸੇ ਦੇ ਪੱਗ ਬੰਨੀ ਸੀ, ਉਹ ਸਾਰੇ ਦਾ ਸਾਰਾ ਕੁਝ ਉਹਨਾਂ ਨੇ ਖੋਲ੍ਹ ਕੇ ਇਸ ਤਰ੍ਹਾਂ ਬਣਾ ਦਿੱਤਾ ਕਿ ਜਿਸ ਤਰ੍ਹਾਂ ਇੱਕ ਟੈਂਟ ਲੱਗੇ ਹੁੰਦੇ ਨੇ। ਖੇਮੇ ਕੀਏ ਉਸਤਾਦੋਂ ਵਹੀਂ ਉੱਠ ਕੇ ਕਿਸੇ ਨੇ, ਖੋਲੀ ਕਮਰ ਆਰਾਮ ਕੋ ਹਰ ਏਕ ਜਰੀ ਨੇ। ਫਿਰ ਜਿਹੜੇ ਕਮਰ ਕੱਸੇ ਕੀਤੇ ਹੋਏ ਸਨ ਉਹ ਸਾਰੇ ਉਹਨਾਂ ਨੇ ਖੋਲ੍ਹਣੇ ਸ਼ੁਰੂ ਕੀਤੇ। ਤੇ ਫਿਰ ਇੱਕ ਗੱਲ ਹੋਰ ਮੈਂ ਜਿੱਥੇ ਚੇਤੇ ਕਰਵਾ ਕੇ ਅੱਗੇ ਵਧਾਂ, ਹਕੀਮ ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ ਉਸ ਸਮਾਂ ਰਾਤ ਦਾ ਸੰਧਿਆ ਵੇਲੇ ਦਾ ਹੋ ਚੁੱਕਾ ਸੀ।
ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਪਹੁੰਚੇ ਨੇ। ਰਹਿਰਾਸ ਕਾ ਦੀਵਾਨ ਸਜਾਇਆ ਗੁਰੂ ਜੀ ਨੇ। ਹੁਣ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਰਹਿਰਾਸ ਦਾ ਦੀਵਾਨ ਸਜਿਆ ਹੈ। ਮਿਲ ਜੁਲ ਕੇ ਸਰੇ ਸ਼ਾਮ ਭਜਨ ਗਾਏ ਸਭੀ ਨੇ, ਸਾਰਿਆਂ ਨੇ ਮਿਲ ਜੁਲ ਕੇ ਤੇ ਉੱਥੇ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੀ ਨਾਮ ਸਿਮਰਨ ਬੰਦਗੀ ਕੀਤੀ ਹੈ। ਖਾਣਾ ਕਈ ਵਕਤੋਂ ਸੇ ਥਾ ਨਾ ਮੁਅੱਸਰ ਨਾ ਥਾ ਆਇਆ, ਕਈ ਵੇਲਿਆਂ ਦਾ ਖਾਣਾ ਵੀ ਢੰਗ ਦਾ ਨਹੀਂ ਸੀ ਮਿਲਿਆ। ਇਸ ਸ਼ਾਮ ਵੀ ਸ਼ੇਰੋਂ ਨੇ ਕੜਾਕਾ ਹੀ ਉਠਾਇਆ, ਇਹ ਸ਼ਾਮ ਵੀ ਕਹਿੰਦੇ ਉਹਨਾਂ ਸ਼ੇਰਾਂ ਨੇ ਭੁੱਖਿਆਂ ਹੀ ਕੱਢੀ ਹੈ ਆਪਣੀ। ਇਤਨਾ ਕੁਛ, ਇਤਨੇ ਤਕਲੀਫ, ਇਤਨਾ ਸਭ ਕੁਛ ਬਾਰਨਾ ਕਰਕੇ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਚਮਕੌਰ ਦੀ ਗੜੀ ਨੂੰ ਭਾਗ ਲਾਏ। ਸਵੇਰ ਹੋਈ, ਬੜੇ ਸੋਹਣੀਆਂ ਨਜ਼ਮਾਂ ਲਿਖੀਆਂ ਨੇ, ਫਿਰ ਸਮਾਂ ਬਣੇਗਾ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਰਾਤ ਸਿੰਘਾਂ ਦੇ ਨਾਲ ਜਾਗਦਿਆਂ ਹੀ ਕੱਢੀ ਹੈ। ਉਸ ਰੱਬ ਦੇ ਸ਼ੁਕਰ ਵਿੱਚ ਕੱਢੀ ਹੈ ਕਿ ਕੱਲ੍ਹ 4 ਸਾਹਿਬਜ਼ਾਦੇ ਪਰਿਵਾਰ ਸਭ ਕੁਛ ਨਾਲ ਸੀ, ਅੱਜ ਕੁਝ ਵੀ ਨਹੀਂ, 2 ਸਾਹਿਬਜ਼ਾਦੇ ਨੇ। ਹੋ ਸਕਦਾ ਸਵੇਰ ਕੱਲ੍ਹ ਨੂੰ ਇਹ ਵੀ ਨਾ ਰਹਿਣ। ਬਾਹਰ ਉਸ ਗੜੀ ਦੇ ਬਾਹਰ ਤੁਸੀਂ ਕਦੇ ਉਹਦਾ ਨਕਸ਼ਾ ਵੇਖਿਓ, ਉਸ ਨਕਸ਼ੇ ਨੂੰ ਵੇਖ ਕੇ ਅੰਦਾਜ਼ਾ ਲਾਇਓ ਕਿ ਸਤਿਗੁਰੂ ਜੀ ਦੀ ਜੰਗੀ ਨੀਤੀ ਕਿੰਨੀ ਨਿਪੁੰਨ ਸੀ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕੱਚੀ ਗੜੀ ਦੇ ਵਿੱਚ ਰਹਿੰਦਿਆਂ 40-45 ਦੀ ਸੰਖਿਆ ਕੇਵਲ ਹੁੰਦਿਆਂ ਹੋਇਆਂ ਵੀ 10 ਲੱਖ ਦਾ ਜਿਹੜਾ ਮੁਲਖਈਆ ਸੀ ਉਸ ਨੂੰ ਜਿੱਤ ਨਹੀਂ ਹਾਸਲ ਕਰਨ ਦਿੱਤੀ, ਅੰਦਰ ਨਹੀਂ ਕਿਸੇ ਨੂੰ ਆਉਣ ਦਿੱਤਾ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਕ ਨੀਤੀ ਸੀ, ਇੱਕ ਕਲਾ ਸੀ, ਯੁੱਧ ਕਲਾ ਸੀ ਉਹਨਾਂ ਦੇ ਕੋਲ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਗੜੀ ਦੇ ਵਿੱਚੋਂ 5-5 ਸਿੰਘਾਂ ਦੇ ਜੱਥੇ ਬਣਾ ਕੇ ਤੇ ਸ਼ਹਾਦਤ ਹੋਈਆਂ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਇਸ ਹੀ ਜੰਗ ਦੇ ਵਿੱਚ ਸ਼ਹੀਦ ਹੋਏ, ਗੁਰੂ ਦੇ ਸਾਹਮਣੇ ਸ਼ਹੀਦ ਹੋਏ। ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਗਿਆ ਤਾਂ ਜੀਤਾ ਵਾਪਸ ਨਾ ਆਵਾਂ। ਕਹਿੰਦੇ ਜੇ ਜਿੱਤ ਗਿਆ ਤੇ ਫਿਰ ਜਿੰਦਾ ਵਾਪਸ ਨਹੀਂ ਆਵਾਂਗਾ। ਤੇ ਫਿਰ ਉਹੀਓ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੇ ਪ੍ਰਥਾਏ ਕਵੀ ਅੱਲਾ ਯਾਰ ਖਾਨ ਜੋਗੀ ਲਿਖਦਾ, ਕਹਿੰਦਾ ਕਿ ਖਵਾਇਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੋ। ਕਿਹੜਾ ਪਿਤਾ ਹੋਏਗਾ ਭਲਿਓ ਆਪਣੇ ਪੁੱਤਰ ਨੂੰ ਇਹ ਗੱਲ ਕਹਿੰਦਾ ਹੋਏ ਕਿ ਮੈਨੂੰ ਬਰਸ਼ੀ ਤੁਮੇ ਮੈਂ ਆਪਣੀ ਆਂਖ ਸੇ ਖਾਤੇ ਹੋਏ ਦੇਖੋ, ਮੈਂ ਤੈਨੂੰ ਤੇਰੇ ਕਲੇਜੇ ਦੇ ਵਿੱਚ ਬਰਸ਼ੀ ਲੱਗੇ ਤੇ ਮੈਂ ਉਸ ਨੂੰ ਵੇਖਾਂ। ਆਪਣੇ ਪੁੱਤਰ ਦੀ ਜੰਜ ਚੜ੍ਹਨ ਦਾ ਸੁਪਨਾ ਤੇ ਹਰ ਮਾਂ ਆਪਣੇ ਹਰ ਪਿਓ ਨੂੰ ਹੋਏਗਾ ਭਲਿਓ, ਪਰ ਜੰਗ ਦੇ ਮੈਦਾਨ ਦੇ ਵਿੱਚ ਮੋੜੀ ਲਾੜੀ ਮੌਤ ਨੂੰ ਵਿਆਹੁੰਦਾ ਪੁੱਤਰ ਕੋਈ ਹੀ ਦੁਨੀਆ ਵਿੱਚ ਨਜ਼ਰ ਆਏਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਜਦੋਂ ਦੋਵੇਂ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਫਿਰ ਸਿੰਘਾਂ ਨੇ ਜਿਹੜੇ ਬਚੇ ਹੋਏ ਸਿੰਘ ਸਨ, ਭਾਈ ਦਇਆ ਸਿੰਘ, ਭਾਈ ਸੰਗਤ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਉਹਨਾਂ ਨੇ ਇੱਕ ਗੁਰਮਤਾ ਪਾਸ ਕੀਤਾ। ਜਿਹੜਾ ਖਾਲਸੇ ਨੇ ਗੁਰਿਆਈ ਦੀ ਜਿਹੜੀ ਗੱਲ ਕੀਤੀ ਸੀ ਨਾ, ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਅਧਿਕਾਰ ਬਖਸ਼ਿਸ਼ ਕੀਤਾ ਸੀ ਖਾਲਸੇ ਨੂੰ ਕਿ ਜਦੋਂ ਵੀ 5 ਪਿਆਰੇ ਇਕੱਤਰ ਹੋਣਗੇ, ਜੋ ਪੰਥ ਨੂੰ ਉਹ ਹੁਕਮ ਕਰਨਗੇ, ਜੋ ਉਹ ਹੁਕਮ ਕਰਨਗੇ ਉਹ ਮੰਨਣਾ ਪਏਗਾ, ਭਾਵੇਂ ਉਹ ਗੁਰੂ ਹੋਵੇ, ਭਾਵੇਂ ਜਿਹੜਾ ਵੀ ਹੋਵੇ। ਤੇ ਫਿਰ ਅੱਜ 5 ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਹੁਣ ਗੜੀ ਛੱਡ ਕੇ ਜਾਓ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਵਾਨ ਨਹੀਂ ਸੀ ਕਰਦੇ। ਬੜੀਆਂ ਕਵੀਆਂ ਨੇ ਬੜੀਆਂ ਕਵਿਤਾਵਾਂ ਲਿਖੀਆਂ ਇਸ ਗੱਲ ਦੇ ਉੱਤੇ, ਕਹਿੰਦੇ ਤੁਸੀਂ ਮੈਨੂੰ ਦੁਨੀਆ ਦੀ ਨਜ਼ਰ ਵਿੱਚ ਰਾਣਾ ਦਾ ਚੋਰ ਬਣਾਉਣਾ ਚਾਹੁੰਦੇ ਹੋ, ਪਰ ਸਤਿਗੁਰ ਸੱਚੇ ਪਾਤਸ਼ਾਹ ਇਹ ਵੇਲਾ ਨਹੀਂ ਹੈ, ਇਹ ਵਿਚਾਰਨ ਦਾ ਵੇਲਾ ਨਹੀਂ, ਹੁਣ ਪੰਥ ਬਚਾਉਣ ਦਾ ਵੇਲਾ ਹੈ। ਉੱਥੇ ਹੀ ਲਾਸ਼ਾਂ ਛੱਡ ਕੇ ਪੁੱਤਰਾਂ ਦੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਗੜੀ ਨੂੰ ਖਾਲੀ ਕੀਤਾ, ਜਿਹਨੂੰ ਕਵੀ ਅੱਲਾ ਯਾਰ ਖਾਨ ਜੋਗੀ ਕਹਿੰਦਾ, ਬਸ ਏਕ ਹਿੰਦ में तीर्थ है यात्रा के लिए, कटाए बाप ने बच्चे जहाँ खुदा के लिए, चमक है मेहर की चमकौर तेरे जर्रू में, यहीं से बन के गए सितारे समा के लिए। इत्थों तक रुतबा दिंदा। तो फिर अगे जाके वो लिखते हैं, वो कहता कि जे वो जगह है जहाँ 40 तन शहीद हुए, ये वो जगह कदे जायो भुलियो। मैं अक्सर बेनती करदा, पिछले दिन ही असी एक बाणी चैनल की टीम के नाल उत्थे एक डॉक्यूमेंटरी भी तैयार की ते संगतां नूं लाइव दर्शन भी करवाए सी। जरूर जायो उस जगह के उत्ते और समा कढ़ के जायो, अपने बच्चे लैके जायो उत्थे, ये फीलिंग लैके आयो कि वाकया ही, क्योंकि मैं एक घटना का होर जिक्र करदा मेरे ध्यान में आ गई, हो सकता 1 मिनट होर लग जाए। असी जिस टीम एक बाणी चैनल दे विच साडी बच्ची
ਬੀਬੀ ਰਮਨਦੀਪ ਕੌਰ ਜਿਹੜੇ ਜਾਂਦੇ ਨੇ, ਸਾਡੇ ਜਿਹੜੇ ਐਂਕਰ ਹਨ, ਉਹ ਨਾਲ ਸਾਡੇ ਗਏ ਹੋਏ ਸਨ। ਅਤੇ ਆਪਾਂ ਫਤਿਹਗੜ੍ਹ ਸਾਹਿਬ ਜਦੋਂ ਪਹੁੰਚੇ ਨਾ, ਅਤੇ ਸ਼ਾਮਾਂ ਵੇਲੇ ਦਾ ਸਮਾਂ ਹੋ ਗਿਆ ਸੀ, ਉੱਥੇ ਹਨੇਰਾ ਪੈ ਰਿਹਾ ਸੀ। 5.5-6 ਸਾਲ ਦਾ ਉਹਦਾ ਬੱਚਾ ਨਾਲ ਸੀ, ਜਿਹਦਾ ਨਾਂ ਉਹਨਾਂ ਨੇ ਜ਼ੋਰਾਵਰ ਸਿੰਘ ਰੱਖਿਆ। ਔਰ ਜਦੋਂ ਅਸੀਂ ਉੱਥੇ ਗਏ, ਅਤੇ ਜਦੋਂ ਆਪਾਂ ਠੰਡੇ ਬੁਰਜ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਆਪਾਂ ਥੱਲੇ ਗਏ ਨਾ, ਜਿੱਥੇ ਨੀਹਾਂ ਦੀਵਾਰਾਂ ਦੇ ਵਿੱਚ ਦਰਸ਼ਨ ਕਰਦੇ ਹਾਂ ਅਸੀਂ ਜਾ ਕੇ, ਅਤੇ ਮਾਂ ਨੇ ਨਾ ਬੱਚੇ ਦੀ ਬੁਨਿਆਦ ਕਿੰਨੀ ਪੱਕੀ ਕੀਤੀ, ਮੈਂ ਹੈਰਾਨ ਹੋਇਆ। ਉਸ ਬੱਚੇ ਨੂੰ ਮਾਂ ਕਹਿੰਦੀ ਕਿ ਬੇਟੇ ਤੁਸੀਂ ਥੱਲੇ ਜਾਣਾ, ਅਤੇ ਤੁਸੀਂ ਜਾ ਕੇ ਦੀਵਾਰ ਦੇ ਨਾਲ ਆਪਣਾ ਕੰਨ ਲਗਾਇਓ, ਤੁਹਾਨੂੰ ਅੰਦਰੋਂ ਇੱਕ ਆਵਾਜ਼ ਆਏਗੀ। ਅਸੀਂ ਸਾਰੇ ਉੱਥੇ ਸੀਗੇ, ਇਹ ਵੀਰ ਓਂਕਾਰ ਸਿੰਘ ਵੀ ਨਾਲ ਕਰ ਰਹੇ ਸਨ। ਅਸੀਂ ਗਏ ਉੱਥੇ, ਅਤੇ ਜਦੋਂ ਉਹ ਬੱਚਾ ਗਿਆ ਅਤੇ ਅਸੀਂ ਬੈਠੇ ਸੀ, ਅਤੇ ਬੱਚਾ ਵਾਪਸ ਦੌੜਦਾ ਆਇਆ, ਕਹਿੰਦਾ ਮੰਮੀ ਨਹੀਂ ਆਵਾਜ਼ ਆ ਰਹੀ। ਉਹ ਕਹਿਣ ਲੱਗੀ ਬੇਟੇ ਤੁਸੀਂ ਸ਼ਰਧਾ ਅਤੇ ਭਾਵਨਾ ਦੇ ਨਾਲ, ਪਿਆਰ ਨਾਲ ਨਹੀਂ ਯਾਦ ਕੀਤਾ ਉਹਨਾਂ, ਜਾਓ ਦੁਬਾਰਾ ਜਾ ਕੇ ਸ਼ਰਧਾ ਦੇ ਨਾਲ ਦੇਖੋ। ਅਤੇ ਜਦੋਂ ਉਹ ਬੱਚਾ ਗਿਆ ਨਾ, ਅਤੇ ਕੰਨ ਲਾ ਕੇ, ਅਤੇ ਥੋੜ੍ਹੀ ਦੇਰ ਬਾਅਦ ਵਾਪਸ ਆਇਆ, ਕਹਿੰਦਾ ਹਾਂ ਮਾਂ ਮੈਨੂੰ ਅੰਦਰੋਂ ਆਵਾਜ਼ ਆਈ ਹੈ, ਮੈਨੂੰ ਅੰਦਰੋਂ ਵੀਰਾ ਆਵਾਜ਼ਾਂ ਮਾਰਦਾ ਸੀ, ਉੱਥੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲਦਾ ਸੀ। ਜੇ ਇਹ ਭਾਵਨਾ ਲੈ ਕੇ ਕਦੇ ਅਸੀਂ ਆਪਣੇ ਉਨ ਧਰਮ ਸਥਾਨਾਂ 'ਤੇ ਜਾਵਾਂਗੇ ਨਾ, ਅਤੇ ਯਾਦ ਰੱਖਿਓ ਗੁਰੂ ਦੇ ਦਰਸ਼ਨ ਸਾਨੂੰ ਅੱਜ ਵੀ ਪ੍ਰਤੱਖ ਹੋਣਗੇ। ਅੱਜ ਵੀ ਸਿੱਖ ਚੜ੍ਹਦੀ ਕਲਾ ਵਿੱਚ ਹੈ, ਅੱਜ ਵੀ ਸਾਡੇ ਇਹ ਦਿਹਾੜੇ ਮਨਾਏ ਸਫਲ ਹੋ ਸਕਦੇ ਨੇ, ਜੇ ਅਸੀਂ ਆਪਣੇ ਬੱਚਿਆਂ ਨੂੰ ਇਸ ਰਾਹ ਦੇ ਉੱਤੇ, ਇਹ ਪ੍ਰਯੋਜਨ ਹੀ ਸਾਰਾ ਇਹ ਹੈ ਕਿ ਇਤਿਹਾਸ ਦ੍ਰਿੜ ਹੋ ਜਾਏ, ਇਤਿਹਾਸ ਯਾਦ ਹੋ ਜਾਏ, ਵਰਨਾ ਬਾਰ-ਬਾਰ ਇਤਿਹਾਸ ਅਸੀਂ ਦੁਹਰਾਉਂਦੇ ਹਾਂ, ਉਹਦੇ ਵਿੱਚ ਕੁਝ ਲੱਭੀਏ। ਅੱਲਾ ਯਾਰ ਖਾਂ ਜੋਗੀ ਅਖੀਰ ਵਿੱਚ ਕਹਿੰਦਾ, ਜੇ ਹੈ ਉਹ ਜਗ੍ਹਾ ਜਹਾਂ 40 ਤਨ ਸ਼ਹੀਦ ਹੋਏ, ਖਿਤਾਬ ਸਰਵਰੀ ਸਿੰਘੂ ਨੇ ਸਰ ਕਟਾ ਕੇ लिए। ਜਿਹੜੇ ਸਰਵਰੀ, ਇਹ ਜਿਹੜੇ ਅਸੀਂ ਕਹਿੰਦੇ ਹਾਂ ਨਾ ਕਿ ਇਹ ਸਿਰਲੱਥ ਯੋਧੇ ਹਨ, ਇਹ ਜਿਹੜੇ ਖਿਤਾਬ ਸਾਨੂੰ ਪ੍ਰਾਪਤ ਹੋਏ ਨੇ, ਇਹ ਸਿਰ ਦੇ ਕੇ ਲਿੱਤੇ ਨੇ। ਦਿਲਾਈ ਪੰਥ ਕੋ ਸਰਵਾਜੀਓਂ ਸੇ ਸਰਦਾਰੀ, ਜੇ ਅੱਜ ਸਰਦਾਰੀ ਮਿਲੀ ਹੈ ਇਸ ਪੰਥ ਨੂੰ, ਤੇ ਉਹ ਸਿਰ ਦੇ ਦੇ ਕੇ ਮਿਲੀ ਹੈ। ਬਰਾਏ ਕੌਮ ਜੇ ਰੁਤਬੇ ਲਹੂ ਬਹਾ ਕੇ लिए, ਕੌਮ ਵਾਸਤੇ ਅਸੀਂ ਇਹ ਲਹੂ ਬਹਾਇਆ, ਸਾਡੇ ਗੁਰਾਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਸਾਥੀਆਂ ਨੇ, ਤਾਂ ਜਾ ਕੇ ਸਾਨੂੰ ਇਹ ਰੁਤਬੇ ਪ੍ਰਾਪਤ ਹੋਏ ਨੇ। ਸੋ ਆਓ ਅੱਜ ਉਸ ਚਮਕੌਰ ਦੀ ਗੜੀ ਨੂੰ ਆਪਾਂ ਯਾਦ ਕਰਦੇ ਹਾਂ, ਨਤਮਸਤਕ ਹੋਈਏ, ਜਿੱਥੇ ਉਹ 40 ਤਨ ਸ਼ਹੀਦ ਹੋ ਕੇ ਪਏ ਹੋਏ ਨੇ, ਅਤੇ ਜਿਸ ਜਗ੍ਹਾ ਨੂੰ ਕਹਿੰਦੇ ਨੇ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰਫੋਂ ਨੇ, ਉਸ ਰੱਬ ਦੀ ਪਰਮਾਤਮਾ ਦੀ ਬਖਸ਼ਿਸ਼ ਹੈ, ਉਸ ਸਾਕੇ ਨੂੰ ਆਪਾਂ ਨਤਮਸਤਕ ਹਾਂ। ਬੇਅੰਤ ਭੁੱਲਾਂ ਦੀ ਖਿਮਾ, ਬੜੇ ਹੀ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਨੇ ਬੈਠ ਕੇ ਇਸ ਦੀਵਾਨ ਨੂੰ ਸੁਣਨ ਦਾ ਯਤਨ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰੇ। ਇਹ ਸ਼ਹੀਦੀ ਹਫ਼ਤਾ ਜਿਹੜਾ ਚੱਲ ਰਿਹਾ, ਇਹਦੇ ਵਿੱਚ ਲਗਾਤਾਰ ਇੱਕ ਮੈਂ ਛੋਟੀ ਜਿਹੀ ਹੋਰ ਬੇਨਤੀ ਕਰਦਾ ਜਾਵਾਂ। ਪ੍ਰਭਾਤ ਫੇਰੀਆਂ ਅਸੀਂ ਕੱਢ ਰਹੇ ਹਾਂ, ਅਸੀਂ ਨਗਰ ਕੀਰਤਨ ਕੱਢ ਰਹੇ ਹਾਂ। ਇੱਕ ਗੱਲ ਮੈਂ ਹੋਰ ਸਾਂਝੀ ਕਰਾਂ ਕਿ ਯਤਨ ਕਰੋ ਕਿ ਪ੍ਰਭਾਤ ਫੇਰੀਆਂ ਦੇ ਵਿੱਚ ਜਿੱਥੇ ਅਸੀਂ ਕੱਢਦੇ ਹਾਂ 15-20 ਮਿੰਟ, ਅੱਧਾ ਘੰਟਾ, ਇੱਕ ਛੋਟਾ ਜਿਹਾ ਜ਼ਰੂਰ ਰੋਜ਼ ਦੀ ਰੋਜ਼ ਹੀ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ, ਉਹਨਾਂ ਦੇ ਇਸ ਸ਼ਹਾਦੀ ਸਫ਼ਰ ਦੇ ਵਿੱਚ ਜ਼ਰੂਰ ਰੋਸ਼ਨੀ ਪਾਈ ਜਾਏ, ਤਾਂ ਕਿ ਸਾਡੇ ਨਗਰ ਕੀਰਤਨ, ਪ੍ਰਭਾਤ ਫੇਰੀਆਂ ਕੱਢੀਆਂ ਸਫਲ ਹੋ ਸਕਣ, ਸਾਡੇ ਬੱਚਿਆਂ ਨੂੰ ਸੱਚ ਇਤਿਹਾਸ ਦਾ ਪਤਾ ਲੱਗ ਸਕੇ। ਔਰ ਕੋਟਲੀ ਅਰਜਨ ਸਿੰਘ ਦੇ ਵਿੱਚ ਮੈਂ ਵੇਖਿਆ, ਪਿਛਲੇ 3 ਸਾਲ ਤੋਂ ਅਸੀਂ ਲਗਾਤਾਰ ਕੰਮ ਕਰਕੇ ਇੱਕ ਪ੍ਰੈਕਟੀਕਲ ਲਿਆ ਕੇ ਆਏ ਹਾਂ ਕਿ ਸਵੇਰ ਦੀ ਜਿਹੜੀ ਪ੍ਰਭਾਤ ਫੇਰੀ ਹੁੰਦੀ ਹੈ, ਘੱਟ ਤੋਂ ਘੱਟ ਵੀ 400-500 ਦੇ ਕਰੀਬ ਦੀ ਸੰਗਤ, ਔਰ ਜਿਸ ਘਰ ਦੇ ਵਿੱਚ ਪ੍ਰਭਾਤ ਫੇਰੀ ਜਾਂਦੀ ਹੈ, ਬਕਾਇਦਾ ਮੁਕੰਮਲ ਦੀਵਾਨ, ਪੂਰਾ ਘਰ ਖਾਲੀ ਕਰਕੇ, ਵਧੀਆ ਸਟੇਜ ਲਾ ਕੇ, ਵਧੀਆ ਸਾਊਂਡ ਦਾ ਇੰਤਜ਼ਾਮ ਕਰਕੇ, ਅਤੇ ਜ਼ਰੂਰ ਉੱਥੇ 40-45 ਮਿੰਟ ਵਿਚਾਰ ਹੋ ਰਹੀ ਹੈ। ਸੰਧਿਆ ਵੇਲੇ ਦੇ ਵਿੱਚ ਵੀ ਉਹਨਾਂ ਦੀ ਫੇਰੀਆਂ ਇਸੇ ਤਰ੍ਹਾਂ ਨਿਕਲ ਰਹੀਆਂ। ਆਓ ਯਤਨ ਕਰੀਏ, ਪ੍ਰਭਾਤ ਫੇਰੀਆਂ ਨੂੰ ਮਨਾਉਣ ਦੇ ਢੰਗ ਬਦਲੀਏ, ਕੇਵਲ ਚਾਹ ਪ੍ਰਸ਼ਾਦੇ ਵਾਸਤੇ ਨਾ ਆਈਏ, ਇਹ ਸੋਚ ਕੇ ਆਈਏ ਕਿ ਅੱਜ ਮੈਂ ਆਪਣੇ ਗੁਰਾਂ ਨੂੰ ਮਿਲਣ ਜਾਣਾ, ਜਿਨ੍ਹਾਂ ਨੇ ਇਹ ਠੰਡੀਆਂ ਕਕਰੀਲੀਆਂ ਰਾਤਾਂ ਸਾਡੇ ਵਾਸਤੇ ਉਹਨਾਂ ਜੰਗਲਾਂ ਦੇ ਵਿੱਚ ਨੰਗੇ ਪੈਰੀ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਿਕਲ ਜਾਂਦੇ ਨੇ। ਜਾਮਾ ਲੀਰੋ ਲੀਰ ਹੈ, ਭੁੱਖੇ ਪਿਆਸੇ ਸਿੰਘਾਂ ਨੇ ਸਾਨੂੰ ਇਹ ਪੰਥ ਦਿੱਤਾ, ਅਸੀਂ ਉਹਨਾਂ ਦੇ ਪ੍ਰਥਾएं ਉਸ ਗੱਲ ਨੂੰ ਮਹਿਸੂਸ ਕਰ ਸਕੀਏ। ਇਤਨੀ ਬੇਨਤੀ ਪ੍ਰਵਾਨ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਅਤੀ ਸਤਿਕਾਰਯੋਗ ਮੇਰੇ ਵੀਰ ਭਾਈ ਸਾਹਿਬ ਜੀਤ ਸਿੰਘ ਜੀ ਟੋਰਾ, ਜਿਨ੍ਹਾਂ ਨੂੰ ਆਪ ਜੀ ਨੇ ਕੁਝ ਕੁ ਸਮਾਂ ਕੱਢ ਕੇ ਆਪ ਜੀ ਨੂੰ ਧੰਨ ਧੰਨ ਕਲਗੀਧਰ ਪਾਤਸ਼ਾਹ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਬਾਰੇ, ਬੱਚਿਆਂ ਬਾਰੇ ਆਪ ਨੂੰ ਇਤਿਹਾਸ ਨਾਲ ਜੁੜਨਾ ਕਰਕੇ ਬਹੁਤ ਹੀ ਵੱਡਮੁੱਲੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਹਨ। ਵੀਰ ਜੀ ਦਾ ਪ੍ਰਬੰਧਕ ਕਮੇਟੀ ਵੱਲੋਂ, ਪੂਰੀ ਸੰਗਤ ਵੱਲੋਂ ਮਨ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੋ ਕੌਮ ਦਾ ਦਰਦ ਲੈ ਕੇ ਚੱਲੇ ਹਨ, ਜੋ ਅੰਮ੍ਰਿਤ ਵੇਲੇ ਉੱਠ ਕੇ ਜੋ ਜੰਮੂ ਤੋਂ ਸਾਡੇ ਨਗਰ ਵਿਖੇ ਪਹੁੰਚਦੇ ਹਨ, ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਸ ਕਰਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਕਰਦੇ ਹਾਂ, ਇਸ ਵੀਰ ਜੀ ਨੂੰ ਹੋਰ ਸਤਿਗੁਰੂ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ, ਤਾਂ ਕਿ ਜੋ ਸੇਵਾਵਾਂ ਵੀਰ ਜੀ ਨੂੰ ਇਸੇ ਤਰ੍ਹਾਂ ਸੰਗਤਾਂ ਦੀਆਂ ਕਰਦੇ ਰਹਿਣ। ਨਾਲ ਹੀ ਇੱਕ ਬਾਣੀ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ, ਜੋ ਇੱਕ ਸੱਦੇ ਦੇ ਉੱਪਰ ਸਾਡੇ ਨਗਰ ਵਿਖੇ ਪਹੁੰਚ ਕੇ ਆਪ ਜੀ ਦਾ ਹਰ ਇੱਕ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਕਰਦੇ ਹਨ। ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ, ਜੋ ਦੇਸ਼ ਵਿਦੇਸ਼ ਵਿੱਚ ਸਾਡੇ ਬੱਚੇ ਬੈਠੇ ਹਨ ਉਹ ਆਪ ਜੀ ਨੂੰ ਲਾਈਵ ਟੈਲੀਕਾਸਟ ਉੱਤੇ ਦੇਖ ਰਹੇ ਹਨ। ਨਿਸ਼ਕਾਮ ਸੇਵਾ ਬਿਲਕੁਲ ਕਰ ਰਹੇ ਹਨ, ਕੋਈ ਵੀ ਪੈਸਾ ਨਹੀਂ ਲੈਂਦੇ। ਅਗਰ ਹੋਰ ਕਿਸੇ ਤੁਸੀਂ ਚੈਨਲ ਤੋਂ ਲਾਈਵ ਟੈਲੀਕਾਸਟ ਕਰਾਉਣਾ ਹੋਵੇ ਨਾ, ਬਹੁਤ ਪੈਸਾ ਮੰਗਦੇ ਹਨ। ਇਹ ਚੈਨਲ ਹੈ ਜੋ ਇੱਕ ਬਾਣੀ ਚੈਨਲ ਫ੍ਰੀ ਨਿਸ਼ਕਾਮ ਸੇਵਾ ਨਿਭਾ ਰਹੇ ਹਨ। ਸਤਿਗੁਰੂ ਰਹਿਮਤਾਂ ਕਰਨ ਇਸ ਇੱਕ ਬਾਣੀ ਚੈਨਲ ਨੂੰ ਸਤਿਗੁਰੂ ਹੋਰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ, ਤਾਂ ਕਿ ਇਸੇ ਤਰ੍ਹਾਂ ਜੋ ਸੇਵਾਵਾਂ ਨੂੰ ਮਿਲਦੀਆਂ ਹਨ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ। ਗੁਰੂ ਪਿਆਰੇ ਸਾਧ ਸੰਗਤ ਜੀਓ, ਚਮਕੌਰ ਗੜੀ ਦੀਆਂ ਕੰਧਾਂ ਢਾਵਾਂ ਮਾਰਦੀਆਂ, ਸੁਨੀਆਂ ਛੱਡ ਗਿਆ ਲਾਸ਼ਾਂ ਅਜੀਤ ਜੁਝਾਰ ਦੀਆਂ। ਐਸੇ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਜਿਗਰ ਦੇ ਟੋਟੇ ਆਪਣੇ ਕੋਲੋਂ ਬਾਹਰ ਕੇ ਇੱਕ ਪੰਥ ਦਾ ਸੁਖ ਸਤਿਗੁਰੂ ਜੀ ਨੇ ਮੰਗਿਆ ਸੀ, ਜੋ ਉਹਨਾਂ ਨੇ ਸਾਡੇ ਵਾਸਤੇ ਆਪਣਾ ਪੂਰਾ ਪਰਿਵਾਰ ਵਾਰ ਕੇ ਅੱਜ ਜੋ ਅਸੀਂ ਗੁਰੂ ਘਰਾਂ ਦੇ ਵਿੱਚ ਬੈਠੇ ਹਾਂ, ਸਾਰੀ ਉਹਨਾਂ ਦੀ ਦੇਣ ਹੈ। ਜੋ ਸਾਡੇ ਸਿਰ ਦੇ ਉੱਪਰ ਪੱਗਾਂ ਹਨ, ਸਾਡੇ ਸਿਰ ਦੇ ਉੱਪਰ ਦੁਪੱਟੇ ਹਨ, ਉਹ ਸਾਰੀ ਸਤਿਗੁਰੂ ਦੀ ਦੇਣ ਹੈ, ਜਿਹਨੇ ਆਪਣਾ ਪੂਰਾ ਪਰਿਵਾਰ ਵਾਰ ਕੇ 4 ਪੁੱਤਰ ਵਾਰੇ, 5ਵੀਂ ਮਾਂ ਵਾਰੀ, 6ਵਾਂ ਬਾਪ ਵਾਰਿਆ, 7ਵਾਂ ਆਪ ਵਾਰਿਆ। ਕੁਝ ਵੀ ਸਤਿਗੁਰੂ ਨੇ ਆਪਣੇ ਕੋਲ ਨਹੀਂ ਰੱਖਿਆ। ਸਤਿਗੁਰੂ ਜੀ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ, ਜਿੰਨੇ ਵੀ ਸੰਸਾਰ ਦੇ ਦੁੱਖ ਹਨ ਮੇਰੀ ਝੋਲੀ ਵਿੱਚ ਪਾ ਦਿਓ, ਮੇਰੇ ਪੰਥ ਨੂੰ ਸੁੱਖ ਮਿਲਣਾ ਚਾਹੀਦਾ ਹੈ। ਸਾਡਾ ਵੀ ਕੋਈ ਨਿੱਜੀ ਫਰਜ਼ ਬਣਦਾ ਹੈ। ਜਿਸ ਗੁਰੂ ਨੇ ਸਾਡੇ ਵਾਸਤੇ ਪੂਰਾ ਸੁਲਨ ਸਵਾਰ ਕੇ ਸਾਨੂੰ ਸਿੱਖੀ ਸਰੂਪ ਦੇ ਕੇ ਗਏ ਸਨ, ਅਸੀਂ ਵੀ ਉਹਨਾਂ ਦੇ ਜੋ ਸ਼ਹੀਦੀ ਦਿਹਾੜੇ ਗੁਰਪੁਰਬ ਆਉਂਦੇ ਹਨ, ਸਾਰੇ ਇਕਜੁੱਟਤਾ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕਰੀਏ। ਮੇਰੇ ਵੀਰ ਜੀ ਕਹਿ ਰਹੇ ਹਨ ਕਿ ਪ੍ਰਭਾਤ ਫੇਰੀਆਂ ਜੋ ਅਸੀਂ 17 ਤਰੀਕ ਤੋਂ ਸਟਾਰਟ ਕੀਤੀਆਂ ਹਨ, ਇੱਕ ਐਸਾ ਮਾਹੌਲ ਬਣਾਈਏ। ਵੀਰ ਜੀ ਨੇ ਅਰਜਨ ਸਿੰਘ ਕੋਟਲੀ ਦਾ ਜ਼ਿਕਰ ਕੀਤਾ ਹੈ, ਉੱਥੇ ਬਹੁਤ ਹੀ ਸੰਗਤ ਇੰਨੀ ਅਵੇਅਰਨੈਸ ਉਹਨਾਂ ਦੇ ਵਿੱਚ ਆਈ ਹੈ ਕਿ ਹਰ ਘਰ ਦੇ ਵਿੱਚ ਜਦੋਂ ਕਿਸੇ ਦੇ ਘਰ ਪ੍ਰੋਗਰਾਮ ਹੁੰਦਾ, ਉੱਥੇ ਬਹੁਤ ਸੋਹਣਾ ਨੇ ਇੰਤਜ਼ਾਮ ਕੀਤਾ ਹੁੰਦਾ ਸਾਊਂਡ ਸਿਸਟਮ ਦਾ। 400-500 ਸੰਗਤ ਹੁੰਦੀ ਪ੍ਰਭਾਤ ਫੇਰੀ ਵਿੱਚ ਅੰਮ੍ਰਿਤ ਵੇਲੇ ਹੁੰਦੀ ਹੈ। ਅਸੀਂ ਵੀ ਕਿਹੋ ਜਿਹਾ ਮਾਹੌਲ ਤਿਆਰ ਕਰੀਏ, ਇਹਨੂੰ ਫਾਰਮੈਲਿਟੀਸ ਨਾ ਸਮਝੀਏ ਕਿ ਅਸੀਂ ਨਗਰ ਦਾ ਚੱਕਰ ਲਗਾ ਕੇ ਆ ਜਾਣਾ। ਅਸੀਂ ਜੋ ਵੀ ਪ੍ਰਭਾਤ ਫੇਰੀਆਂ ਜਾਂ ਗੁਰਪੁਰਬ ਮਨਾਉਂਦੇ ਹਾਂ, ਉਹਦੇ ਵਿੱਚ ਅਸੀਂ ਕੁਝ ਲੈਣ ਦਾ ਯਤਨ ਕਰਨਾ, ਸਾਡੀ ਲਾਈਫ ਵਿੱਚ ਕੋਈ ਚੇਂਜਿੰਗ ਆਏ, ਸਾਡਾ ਜੀਵਨ ਬਦਲੇ। ਜੇ ਅਸੀਂ ਸੋਚਿਆ ਕਿ ਅਸੀਂ ਨਗਰ ਦਾ ਕੀਰਤਨ, ਨਗਰ ਦਾ ਚੱਕਰ ਲਾ ਕੇ ਆ ਕੇ ਚਾਹ ਪਾਣੀ ਛਕ ਕੇ ਘਰੋਂ ਚਲੇ ਜਾਣਾ, ਇੱਥੇ ਤੱਕ ਨਾ ਅਸੀਂ ਸੀਮਿਤ ਰਹੀਏ। ਜੋ ਸਾਨੂੰ ਮਨੁੱਖਾ ਜੀਵਨ ਸਤਿਗੁਰੂ ਨੇ ਬਖਸ਼ਿਸ਼ ਕੀਤਾ, ਇਹਨੂੰ ਬਾਣੀ ਦੇ ਅਨੁਸਾਰ ਢਾਲਣ ਦਾ ਯਤਨ ਕਰੀਏ, ਤਾਂ ਕਿ ਸਾਡੀ ਲਾਈਫ ਵਿੱਚ ਕੋਈ ਚੇਂਜਿੰਗ ਆਏ। ਜਿਸ ਸਤਿਗੁਰੂ ਨੇ ਸਾਨੂੰ ਕਹਿ ਕੇ ਗਏ ਸਨ ਕਿ ਮੈਂ ਆਪਣੇ 4 ਪੁੱਤਰ ਧਰਮ ਦੀ ਖਾਤਰ ਵਾਰਿਆ, ਪਰ ਮੈਂ ਆਪਣੇ 4 ਪੁੱਤਰ ਤੁਹਾਡੇ ਘਰਾਂ ਵਿੱਚੋਂ ਵੇਖਣੇ ਆ। ਅੱਜ ਅਸੀਂ ਆਪਣੇ ਘਰਾਂ ਵੱਲ ਝਾਂਕ ਮਾਰੀਏ, ਅਸੀਂ ਕਿੰਨੇ ਕੁ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਕਿੰਨੇ ਸਾਡੇ ਘਰਾਂ ਵਿੱਚੋਂ ਪੈਦਾ ਹੋ ਰਹੇ ਨੇ। ਸਾਡੇ ਘਰਾਂ ਦੇ ਵਿੱਚੋਂ ਸਿੱਖੀ ਦੇ ਇੱਕ ਮਹਿਕ ਆਉਣੀ ਚਾਹੀਦੀ ਸੀ, ਜੋ ਸਿੱਖੀ ਦਾ ਪ੍ਰਚਾਰ ਪ੍ਰਸਾਰ
ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਲਾਗੂ ਕਰੀਏ। ਜੇ ਅਸੀਂ ਆਪਣੇ ਘਰ ਤੋਂ ਲਾਗੂ ਕਰਾਂਗੇ ਤਾਂ ਜਾ ਕੇ ਦੂਸਰੇ ਨੂੰ ਅਸੀਂ ਕਹਾਂਗੇ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਜੀਵਨ ਨੂੰ ਹੰਢਾਉਣ ਦਾ ਯਤਨ ਕਰੋ। ਅਸੀਂ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਤੋਂ ਬਹੁਤ ਦੂਰ ਹੁੰਦੇ ਆ। ਮੈਂ ਸਟਾਰਟਿੰਗ ਨੂੰ ਅਰਜ਼ ਕੀਤੀ ਸੀ ਕਿ ਹਰ ਘਰ ਦੇ ਵਿੱਚ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਇਹ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਇਹਦੇ ਵਿੱਚ ਅਸੀਂ ਹਰ ਘਰ ਦੇ ਵਿੱਚੋਂ ਬਾਣੀ ਦੀ ਗੂੰਜਾਂ ਆਉਣੀ ਚਾਹੀਦੀਆਂ ਨੇ। ਬਾਕੀ ਮੈਂ ਬੇਨਤੀ ਕੀਤੀ ਸੀ ਕਿਸੇ ਦੇ ਘਰ ਦੇ ਵਿੱਚ ਕੋਈ ਆਂਡਾ ਮੀਟ ਇਹਨਾਂ ਦਿਨਾਂ ਵਿੱਚ ਬਿਲਕੁਲ ਨਹੀਂ ਬਣਨਾ ਚਾਹੀਦਾ। ਜਦੋਂ ਸਾਡਾ ਕੋਈ ਸ਼ਹੀਦੀ ਗੁਰਪੁਰਬ ਹੁੰਦਾ, ਅੱਜ ਸਾਹਿਬਜ਼ਾਦੇ ਸ਼ਹੀਦੀ ਮਨਾਉਣਾ ਕਰ ਰਹੇ ਹਾਂ, ਕੋਈ ਵੀ ਆਪਣੇ ਘਰਾਂ ਵਿੱਚ ਆਂਡਾ ਮੀਟ ਦਾ ਸੇਵਨ ਬਿਲਕੁਲ ਨਾ ਕਰਿਓ। ਕੱਲ ਮੈਂ ਬੇਨਤੀ ਕੀਤੀ ਸੀ ਦੁਕਾਨਾਂ ਵਾਲਿਆਂ ਨੂੰ ਵੀ, ਅੱਜ ਦੁਪਹਿਰ ਵਿਖੇ ਸਾਰੀਆਂ ਦੁਕਾਨਾਂ ਮੀਟ ਦੀਆਂ ਬੰਦ ਹੋਣਗੀਆਂ, ਕੋਈ ਵੀ ਦੁਕਾਨ ਮੇਰਾ ਵੀਰ ਨਹੀਂ ਖੋਲੇਗਾ। ਕੱਲ ਸਾਰਿਆਂ ਅੱਗੇ ਬੇਨਤੀ ਕੀਤੀ ਸੀ, ਕਹਿੰਦੇ ਬਿਲਕੁਲ ਨਹੀਂ ਅਸੀਂ ਦੁਕਾਨਾਂ ਖੋਲਾਂਗੇ। ਅਸੀਂ ਸਾਰੀ ਉਮਰ ਖਾਣਾ ਹੀ ਖਾਣਾ, ਜੇ ਅਸੀਂ ਇੱਕ ਮਹੀਨਾ ਜਾਂ ਛੱਡ ਦਿਆਂਗੇ ਕੋਈ ਫਰਕ ਨਹੀਂ ਸਾਡੀ ਲਾਈਫ ਨੂੰ ਪੈਣਾ ਕਿ ਅਸੀਂ ਕਮਜ਼ੋਰ ਹੋ ਗਏ ਹਾਂ। ਖਾਣ ਪੀਣ ਦੇ ਨਾਲ ਕੋਈ ਵੱਡਾ ਨਹੀਂ ਹੋਇਆ। ਜੋ ਮਨ ਦੀ ਖੁਰਾਕ ਹੈ ਸਾਡੀ, ਉਹ ਹੈ ਸਤਿਗੁਰ ਦਾ ਸਿਮਰਨ, ਗੁਰਬਾਣੀ ਦਾ ਸਿਮਰਨ। ਉਹਦੇ ਨਾਲ ਮਨ ਸਾਡਾ ਤਕੜਾ ਹੋਣਾ। ਜੋ ਅਸੀਂ ਪਦਾਰਥ ਖਾਂਦੇ ਉਹਦਾ ਸਰੀਰ ਤਕੜਾ ਹੁੰਦਾ ਹੈ, ਪਰ ਜੋ ਮਨ ਦੀ ਖੁਰਾਕ ਹੈ ਉਹ ਹੈ ਸਤਿਗੁਰ ਦਾ ਸਿਮਰਨ। ਕਈ ਵੀ ਤੁਸੀਂ ਵੇਖਿਓ ਨਾ, ਕਈ ਬੰਦੇ ਬਹੁਤ ਲੰਬੇ ਹੁੰਦੇ ਨੇ, ਧਨਾੜ ਹੁੰਦੇ, ਤਕੜੇ ਹੁੰਦੇ ਹਨ, ਪਰ ਉਹਨਾਂ ਦਾ ਦਿਲ ਨਹੀਂ ਹੁੰਦਾ। ਸਤਿਗੁਰੂ ਦੀ ਬਖਸ਼ਿਸ਼ ਕਰਦੇ ਹਨ, ਜਾਂ ਕੋ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ, ਆਤਮ ਜਿਨੈ ਸਗਲ ਵਸਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਠਾकुर ਗਾਈਐ ਆਤਮ ਰੰਗ, ਸ਼ਰਣੀ ਭਾਵਨ ਨਾਮ ਧਿਆਵਨ, ਸਹਿ ਸਮਾਵਨ ਸੰਗ। ਸੂਰਾ ਉਹੀ ਹੈ ਜਿਹਨੂੰ ਨਾਮ ਦੇ ਰੰਗਲ ਚੜੀ ਹੋਵੇ, ਉਹ ਸੂਰਾ ਹੈ। ਇਹ ਨਹੀਂ ਕਹਿਣਾ ਅਸੀਂ ਸੂਰਮੇ ਹਾਂ, ਸਾਡੇ ਪੱਲੇ ਕੁਝ ਨਾ ਹੋਵੇ, ਗਿਆਨ ਸਾਡੇ ਕੋਲ ਨਾ ਹੋਵੇ, ਅਗਿਆਨਹੀਨ ਹੋਈਏ ਅਸੀਂ, ਗੁਰੂ ਦੀ ਮੱਤ ਸਾਡੇ ਕੋਲ ਨਾ ਹੋਵੇ, ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਸੂਰੇ, ਅਸੀਂ ਸੂਰਮੇ ਹਾਂ। ਸਤਿਗੁਰੂ ਕਹਿੰਦੇ ਸੂਰਮੇ ਉਹੀ ਨਾ ਜਿਹਨੇ ਕੁਝ ਕਰਕੇ ਵਿਖਾਇਆ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਾਬੂ ਨਾ ਛਾੜਾ ਖੇਤ। ਧੰਨ ਗੁਰੂ ਨਾਨਕ ਪਾਤਸ਼ਾਹ ਜੋ ਕਨਸੈਪਟ ਸਾਨੂੰ ਦੇ ਕੇ ਗਏ ਸਨ, ਜੋ ਤੋ ਪ੍ਰੇਮ ਖੱਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਂ ਨਾ ਕੀਜੈ। ਇਹ ਕਨਸੈਪਟ ਅਸੀਂ ਆਪਣੀ ਲਾਈਫ ਦੇ ਵਿੱਚ ਲੈ ਕੇ ਆਣਾ। ਜੋ ਸਾਨੂੰ ਮਨੁੱਖਾ ਜੀਵਨ ਮਿਲਿਆ, ਅਸੀਂ ਕੋਸ਼ਿਸ਼ ਕਰੀਏ ਆਪਣੇ ਘਰਾਂ ਦਾ ਇੱਕ ਐਸਾ ਮਾਹੌਲ ਬਣਾਈਏ, ਗੁਰਬਾਣੀ ਦਾ ਪ੍ਰਭਾਵ ਸਾਡੇ ਘਰਾਂ ਵਿੱਚ ਚੱਲੇ। ਸਾਡੇ ਬੱਚੇ ਅੱਗੇ ਜੋ ਨਿਊ ਜਨਰੇਸ਼ਨ ਅੱਗੇ ਆ ਰਹੀ ਹੈ, ਉਹਨਾਂ ਨੂੰ ਪਤਾ ਚੱਲੇ ਸਾਡੇ ਗੁਰੂ ਸਾਡੇ ਵਾਸਤੇ ਕੀ ਕਰਕੇ ਗਏ ਸਨ। ਮੈਂ ਪਹਿਲੇ ਵੀ ਕਈ ਵਾਰ ਅਰਜ਼ ਕੀਤੀ ਹੈ, ਜੇ ਮਾਤਾ ਪਿਤਾ ਅੰਮ੍ਰਿਤ ਵੇਲੇ ਨੂੰ ਉੱਠਣਗੇ, ਬੱਚੇ ਸਾਡੇ ਤੋਂ ਲੇਟ ਉੱਠਣਗੇ। ਜਿਨ੍ਹਾਂ ਘਰਾਂ ਵਿੱਚ ਮਾਤਾ ਪਿਤਾ ਅੰਮ੍ਰਿਤ ਵੇਲੇ ਸੰਭਾਲ ਕਰ ਰਹੇ ਹਨ ਤੇ ਬੱਚੇ ਵੀ ਅੰਮ੍ਰਿਤ ਵੇਲੇ ਸੰਭਾਲ ਕਰ ਰਹੇ ਹਨ। ਜੇ ਮਾਤਾ ਪਿਤਾ 10 ਵਜੇ ਸੁੱਤੇ ਉੱਠਦੇ ਤੇ ਬੱਚੇ ਨੇ 12 ਵਜੇ ਉੱਠਣਾ ਹੀ ਉੱਠਣਾ। ਇਹ ਕਨਸੈਪਟ ਤੁਸੀਂ ਆਪਣੀ ਲਾਈਫ ਦੇ ਵਿੱਚ ਲਾਗੂ ਕਰਨਾ। ਆਪਣੇ ਘਰ ਦਾ ਇੱਕ ਐਸਾ ਮਾਹੌਲ ਬਣਾਈਏ। ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਹੈ ਬੱਚੇ ਨੂੰ ਸਹੀ ਲਾਈਨ ਦੇ ਉੱਪਰ ਲੈ ਕੇ ਜਾਣਾ। ਪਹਿਲੇ ਪੇਰੈਂਟਸ ਆਪਣਾ ਜੀਵਨ ਬਣਾਉਣ ਦਾ ਯਤਨ ਕਰਨ, ਨਾਲ ਬੱਚੇ ਤੁਹਾਡੇ ਵੱਲ ਵੇਖ ਕੇ ਤੁਹਾਡੇ ਬੱਚੇ ਵੀ ਇਸ ਜੀਵਨ ਨੂੰ ਗ੍ਰਹਿਣ ਕਰਨਗੇ। ਬਾਕੀ ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸਾਰਿਆਂ ਨੂੰ ਪਤਾ ਹੈ ਕਿ ਦੋਵੇਂ ਪ੍ਰਬੰਧਕ ਕਮੇਟੀਆਂ ਮਿਲ ਕਰਕੇ ਨੌਜਵਾਨ ਯੂਥ ਫੈਡਰੇਸ਼ਨਸ, ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰੋਗਰਾਮ ਰੰਭਿਆ ਹੈ। ਬਹੁਤ ਹੀ ਨੌਜਵਾਨ ਯੂਥ ਫੈਡਰੇਸ਼ਨ ਬਹੁਤ ਹੀ ਹਿੰਮਤ ਦੇ ਨਾਲ ਕੰਮ ਕਰ ਰਹੀ ਹੈ। ਜਿੱਥੇ ਜਿੱਥੇ ਵੀ ਉਹਨਾਂ ਨੂੰ ਮੈਂ ਡਿਊਟੀਆਂ ਵੰਡਦਾ, ਉਸ ਡਿਊਟੀਆਂ ਨੂੰ ਪੂਰਾ ਨਿਭਾ ਕੇ ਆਪ ਬੈਨੀਫਿਟ ਦਿੰਦੇ ਹਨ ਕਿ ਇਹ ਕੰਮ ਹੋ ਗਿਆ, ਇਹ ਰਹਿ ਗਿਆ। ਇਹ ਹੁੰਦਾ ਬੱਚਿਆਂ ਦਾ ਕੰਮ ਕਰਨ ਦਾ ਜੋ ਤਰੀਕਾ। ਨੌਜਵਾਨ ਬੱਚੇ ਹਰ ਜਗ੍ਹਾ ਜਾ ਕੇ ਪਿੰਡਾਂ ਵਿੱਚ ਕੱਲ੍ਹ ਇਹਨਾਂ ਪੂਰਾ ਦਿਨ ਪੋਸਟਰ ਲਗਾ ਕੇ ਪਿੰਡਾਂ ਵਿੱਚ ਆਏ ਸਨ। ਸਾਡੀਆਂ ਪ੍ਰਬੰਧਕ ਕਮੇਟੀਆਂ ਅੱਜ ਪਿੰਡਾਂ ਵਿੱਚ ਜੋ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ, ਆਪਣੀ ਡਿਊਟੀ ਨਿਭਾਉਣ ਗਏ ਸਨ। ਪਿੰਡਾਂ ਜੋ ਲੈਟਰ ਜਾ ਕੇ ਪ੍ਰਬੰਧਕ ਕਮੇਟੀਆਂ ਨਾਲ ਤਾਲਮੇਲ ਕਰਕੇ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਨਗਰ ਕੀਰਤਨ ਦੁਲੈਟ ਪ੍ਰੋਗਰਾਮ ਕਰਦੇ ਹਾਂ, ਉਹ ਅਸੀਂ ਨਗਰ ਕੀਰਤਨ ਇੱਕ ਬਹੁਤ ਹੀ ਇੱਕ ਰੰਗ ਰੂਪ ਰੇਖਾ ਇਸ ਵਾਰ ਨਗਰ ਕੀਰਤਨ ਦੀ ਕੁਝ ਹੋਰ ਹੋਵੇਗੀ। ਕਿਸਾਨੀ ਅੰਦੋਲਨ, ਜੋ ਸਾਡੇ ਕਿਸਾਨ ਅੰਦੋਲਨ ਦਿੱਲੀ ਦੇ ਬਰੂਹਾਂ ਦੇ ਉੱਪਰ 13-14 ਮਹੀਨਾ ਬੈਠ ਕੇ ਸੰਘਰਸ਼ ਆਪਣੇ ਲਕਸ਼ ਨੂੰ ਪੂਰਾ ਕਰਦਿਆਂ ਹੋਇਆਂ ਜਿੱਤ ਦੀ ਹਾਸਲ ਕਰਕੇ ਗਏ ਸਨ। ਫਤਿਹ ਮੋਰਚਾ ਜੋ ਉੱਥੋਂ ਦਿੱਲੀ ਤੋਂ ਕਰਕੇ ਗਏ ਸਨ, ਉਹਨਾਂ ਦੇ ਪ੍ਰਥਾਏ ਸਾਡੇ ਟਰੈਕਟਰਾਂ ਦਾ ਕਾਫਲਾ ਵੀ ਇਸ ਵਾਰ 100-150 ਕਿਸਾਨੀ ਮੋਰਚੇ ਜਿੱਤਣ ਦੀ ਖੁਸ਼ੀ ਲੈ ਕੇ ਨਗਰ ਕੀਰਤਨ ਦੇ ਨਾਲ ਚੱਲੇਗਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਣੇ ਵਲੰਟੀਅਰਸ ਵੱਧ ਤੋਂ ਵੱਧ ਇਸ ਵਾਰ ਲਗਾਏ ਜਾਣਗੇ। ਉਹਨਾਂ ਦਾ ਜੋ ਡਰੈਸ ਕੋਡ ਹੋਵੇਗਾ, ਆਪ ਜੀ ਨੂੰ 25 ਤਰੀਕ ਨੂੰ ਫਾਈਨਲ ਮੀਟਿੰਗ ਸਾਡੀ ਰੱਖੀ ਹੈ, ਉਹਦੇ ਵਿੱਚ ਹਰ ਇੱਕ ਨੌਜਵਾਨ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਹਰ ਜਗ੍ਹਾ ਜੋ ਸੇਵਾ ਮਿਲਦੀ ਹੈ
ਉਹ ਸੇਵਾ ਨੂੰ ਅਸੀਂ ਬੜੇ ਤਤਪਰ ਹੋ ਕੇ ਨਿਭਾਉਣ ਦਾ ਯਤਨ ਕਰਨਾ ਹੈ। ਆਪ ਨੇ ਵੇਖਣਾ ਹੈ ਕਿ ਕੋਈ ਸ਼ਰਾਰਤੀ ਅਨਸਰ ਆ ਕੇ ਨਗਰ ਕੀਰਤਨ ਦੇ ਵਿੱਚ ਕੋਈ ਐਸਾ ਮਾਹੌਲ ਨਾ ਪੈਦਾ ਕਰੇ ਜਿਹਦੇ ਨਾਲ ਸਾਡੇ ਨਗਰ ਕੀਰਤਨ ਨੂੰ ਕੋਈ ਗੱਲ ਨਾ ਹੋਏ, ਤਾਂ ਕਿ ਅਸੀਂ ਬੜਾ ਨਿਰਵਿਘਨਤਾ ਸਹਿਤ ਪੂਰਾ ਰੂਟ ਕਰਕੇ, ਰੂਟ ਥੋੜਾ ਲੰਬਾ ਹੈ, ਸਾਰਿਆਂ ਨੇ ਬੜੀ ਸਤਰਕਤਾ ਦੇ ਨਾਲ ਆਪਣੀ ਇਸ ਡਿਊਟੀ ਨੂੰ ਨਿਭਾਉਣ ਦਾ ਯਤਨ ਕਰਨਾ। ਬਾਕੀ ਜਿੱਥੇ ਜਿੱਥੇ ਤੁਹਾਡਾ ਆਪਣਾ ਲੈਜਨ ਹੈ, ਰਿਸ਼ਤੇਦਾਰੀਆਂ ਦੇ ਨਾਲ ਉਹਨਾਂ ਨੂੰ ਫੋਨ ਕਰਕੇ 2 ਤਰੀਕ ਦਾ ਸਾਰਿਆਂ ਨੂੰ ਮੈਸੇਜ ਦਿਓ ਕਿ ਦੁਲੈੜ ਵਿਖੇ ਜੋ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਜਾ ਰਿਹਾ, ਸਾਰੇ ਇਸ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਤਾਂ ਕਿ ਸਾਨੂੰ ਜੋ ਬਾਹਰੋਂ ਬਹੁਤ ਸੰਗਤ ਦਾ ਉਤਸ਼ਾਹ, ਸਾਨੂੰ ਮੈਸੇਜ ਆ ਰਹੇ ਹਨ ਕਿ ਅਸੀਂ ਤੁਹਾਡੇ ਬਿਲਕੁਲ ਨਾਲ ਹਾਂ, ਸ਼ਾਨੇ ਬਿਸ਼ਾਨੇ ਤੁਹਾਡੇ ਨਾਲ ਚੱਲਾਂਗੇ। ਨਗਰ ਕੀਰਤਨ ਬਹੁਤ ਇੱਕ ਲੰਬਾ ਕਾਫਲਾ ਲੈ ਕੇ ਅਸੀਂ ਪਿੰਡ ਤੋਂ ਚੱਲਣਾ। ਪਹਿਲੇ ਸਾਡੇ ਪਿੰਡ ਦਾ ਪਿਆਰ ਆਪਸ ਦੇ ਵਿੱਚ ਹੋਣਾ ਚਾਹੀਦਾ, ਬਾਹਰਲੀ ਸੰਗਤਾਂ ਵੇਖਣ ਨੂੰ ਮਿਲੇ ਕਿ ਬਾਕੀ ਇੱਕ ਦੁਲੈੜ ਜੋ ਨਗਰ ਕੀਰਤਨ ਨਿਕਲਦਾ ਹੈ, ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਨਗਰ ਕੀਰਤਨ ਨੂੰ ਅਸੀਂ ਸਾਰੇ ਨਿਭਾਉਣ ਦਾ ਯਤਨ ਕਰਨਾ ਹੈ। ਸੁਖਮਣੀ ਸੁਸਾਇਟੀ ਦਾ ਬੀਬੀਆਂ ਦਾ ਡਰੈਸ ਕੋਡ ਜੋ ਆਪ ਨੇ ਦੱਸਿਆ, ਡਰੈਸ ਕੋਡ ਇੱਕੋ ਹੋਣਾ ਚਾਹੀਦਾ। ਨੌਜਵਾਨ ਮੇਰੇ ਵੀਰਾਂ ਦਾ ਵਾਈਟ ਸੂਟ, ਕਾਲੀਆਂ ਪੱਗਾਂ, ਕਾਲੀਆਂ ਜੈਕਟਾਂ, ਡਰੈਸ ਕੋਡ ਦੇ ਵਿੱਚ ਕੋਈ ਵੀ ਫਰਕ ਨਹੀਂ ਹੋਣਾ ਚਾਹੀਦਾ। ਜਿਹੜੇ ਸੇਵਾਦਾਰ ਨੂੰ ਅਸੀਂ ਡਿਊਟੀ ਵੰਡਾਂਗੇ, ਉਹਨਾਂ ਦੇ ਮੋਢੇ ਦੇ ਉੱਪਰ ਹਰ ਇੱਕ ਦੇ ਉੱਪਰ ਇੱਕ ਬਿੱਲਾ ਜੋ ਬਣਾਇਆ ਉਹ ਵੱਜਿਆ ਜਾਵੇਗਾ, ਤਾਂ ਕਿ ਪਤਾ ਲੱਗ ਸਕੇ ਕਿ ਇਹ ਸਾਡੇ ਸੇਵਾਦਾਰ ਸਾਡੇ ਪੂਰੇ ਨਗਰ ਕੀਰਤਨ ਨੂੰ ਸੰਭਾਲ ਰਹੇ ਹਨ। ਇਤਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ